ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਦਰਸ਼ਕੋ। ਮੈਂ ਤੁਹਾਡਾ ਗੁਰਲਾਲ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ। ਦਰਸ਼ਕੋ, ਖਬਰਾਂ ਚੱਲਦੀਆਂ ਰਹਿੰਦੀਆਂ ਨੇ, ਨਵੀਆਂ ਪੁਰਾਣੀਆਂ ਸਰਕਾਰਾਂ ਬਣਦੀਆਂ ਰਹਿੰਦੀਆਂ ਨੇ, ਪਰ ਆਪਾਂ ਗੱਲ ਅੱਜ ਕਰਾਂਗੇ ਇੱਕ ਬਹੁਤ ਹੀ ਵਧੀਆ ਮੁੱਦੇ ਦੇ ਉੱਤੇ, ਕਿਉਂਕਿ ਜੇ ਆਪਾਂ ਝਾਤ ਮਾਰੀਏ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਆਪਣੇ ਭਾਰਤ ਦੇਸ਼ ਮਹਾਨ ਦੇ ਫਾਈਨੈਂਸ਼ੀਅਲ ਸਿਚੁਏਸ਼ਨ ਤੇ ਦਰਸ਼ਕੋ, ਤੇ ਜਿਹੜਾ ਕਹਿੰਦੇ ਨੇ ਫਾਈਨੈਂਸ਼ੀਅਲ ਗੈਪ, ਜਿਹੜਾ ਆਰਥਿਕ ਮੰਦਵਾੜਾ ਜਿਹੜਾ ਆ, ਫਾਈਨੈਂਸ਼ੀਅਲ ਗੈਪ ਉਹ ਬਹੁਤ ਵੱਧ ਰਿਹਾ ਹੈ। ਪੂਅਰ ਤੇ ਲੋਅਰ ਮਿਡਲ ਕਲਾਸ ਤੋਂ ਲੈ ਕੇ ਜਿਹੜੇ ਹੈਗੇ ਆ ਅਪਰ ਕਲਾਸ ਤੇ ਜਿਹੜੇ ਰਿਚ ਬੰਦੇ ਹੋਰ ਰਿਚ ਹੋ ਰਹੇ। ਖਾਸ ਕਰਕੇ ਜੇ ਗੱਲ ਕਰੀਏ ਤਾਂ ਆਪਾਂ ਜੇ ਕਾਰਪੋਰੇਟ ਘਰਾਣਿਆਂ ਦੀ ਗੱਲ ਕਰੀਏ ਦਰਸ਼ਕੋ, ਤੇ 1950 ਜਾਂ 1951 ਦੇ ਵਿੱਚ ਉਹ ਟੋਟਲ ਇਕਾਨਮੀ ਦਾ 5% ਹੀ ਹੋਲਡ ਕਰਦੇ ਸੀਗੇ। ਅੱਜ ਜੇ ਆਪਾਂ ਗੱਲ ਕਰੀਏ ਦਰਸ਼ਕੋ, ਮੈਂ ਗੱਲ 1950 1951 ਦੀ ਕਰ ਰਿਹਾ, ਉਸ ਟਾਈਮ ਇਹ 5% ਜਿਹੜੇ ਕਾਰਪੋਰੇਟ ਘਰਾਣੇ ਮਨੀ ਜਿਹੜੀ ਆ ਉਹ ਹੋਲਡ ਕਰਦੇ ਸੀ ਪੂਰੀ ਇਕਾਨਮੀ ਦੀ ਇੰਡੀਆ ਦੀ। ਤੇ ਜੇ ਉੱਪਰ ਆਪਾਂ ਹਾਇਰ ਕਲਾਸ ਰਿਚ ਪੀਪਲ ਵੱਲ ਦੇਖੀਏ ਤਾਂ ਉਹ ਵੀ ਨਹੀਂ, ਪਰਸੈਂਟੇਜ ਜ਼ਿਆਦਾ ਨਹੀਂ ਸੀ। ਤੇ ਅੱਜ ਗੱਲ ਕਰੀਏ ਸਨ 2021 ਜਾਂ 22 ਦੇ ਵਿੱਚ 40% ਟੋਟਲ ਇਕਾਨਮੀ ਦੀ ਮਨੀ ਜਿਹੜੀ ਹੈ ਉਹ ਕਾਰਪੋਰੇਟ ਘਰਾਣੇ ਜਾਂ ਰਿਚ ਬੰਦੇ ਹੋਲਡ ਕਰ ਰਹੇ ਇਸ ਟਾਈਮ। ਕੀ ਕਾਰਨ ਹੈ? ਕਿਉਂ ਇੱਦਾਂ ਕਿਉਂ ਹੋਇਆ? ਫਿਰ ਆਪਾਂ ਜੇ ਗੱਲ ਕਰੀਏ ਕਿ ਜਿਹੜੇ ਗਰੀਬ ਕਿਸਾਨ ਆ ਜਾਂ ਗਰੀਬ ਮਜ਼ਦੂਰ ਆ ਜਾਂ ਲੋਅਰ ਮਿਡਲ ਕਲਾਸ ਆ, ਉਹਨਾਂ ਦੀ ਗਰੀਬੀ ਦਿਨ ਪਰ ਦਿਨ ਘਟਦੀ ਗਈ ਔਰ ਅੱਜ ਵੀ ਘਟ ਰਹੀ ਹੈ। ਕਿਤੇ ਨਾ ਕਿਤੇ ਸਿਸਟਮ ਦੇ ਵਿੱਚ ਕੋਈ ਘਾਟ ਆ ਜਾਂ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਧਿਆਨ ਨਹੀਂ ਦਿੱਤਾ। ਜੇ ਦਿੱਤਾ ਤਾਂ ਉਸ ਕਲਾਸ ਵੱਲ ਦਿੱਤਾ ਜਿਹੜੀ ਕਲਾਸ ਜ਼ਿਆਦਾ ਰਿਚ ਹੋ ਰਹੀ ਹੈ। ਇਹਨਾਂ ਸਾਰੀਆਂ ਫਿਰ ਆਪਾਂ ਜੇ ਹੋਰ ਗੱਲ ਕਰੀਏ ਤਾਂ ਟੋਟਲ ਜਿਹੜਾ ਇਕਾਨਮੀ ਦੇ ਵਿੱਚ ਜਿਹੜੀ ਭਾਗੀਦਾਰੀ ਸੀ ਖੇਤੀਬਾੜੀ ਦੀ, ਉਹ ਬਹੁਤ ਜ਼ਿਆਦਾ ਸੀ ਪਹਿਲਾਂ ਵੀ ਤਾਂ ਹੁਣ ਵੀ ਹੈ। ਪਰ ਉਹਦੇ ਵਿੱਚ ਕਾਸ਼ਤ ਕਰਨ ਵਾਲਾ ਜਿਹੜਾ ਮਜ਼ਦੂਰ ਹੈ ਜਾਂ ਕਿਸਾਨ ਹੈ, ਉਹਦੀ ਜਿਹੜੀ ਫਾਈਨੈਂਸ਼ੀਅਲ ਸਿਚੁਏਸ਼ਨ ਹੈ ਲਗਾਤਾਰ ਡਾਊਨ ਜਾ ਰਹੀ ਹੈ। ਔਰ ਜਿਹੜੇ ਉਸ ਤੋਂ ਬਾਅਦ ਫਸਲ ਕੱਟ ਕੇ ਅੱਗੇ ਚਲੇ ਜਾਂਦੀ ਹੈ, ਜਿਹੜੇ ਖਰੀਦਦੇ ਜਾਂ ਖਰੀਦ ਕੇ ਅੱਗੇ ਵੇਚਦੇ, ਉਹਨਾਂ ਦੀ ਹਾਲਾਤ ਦਿਨ ਪਰ ਦਿਨ ਬਹੁਤ ਵਧੀਆ ਹੁੰਦੀ ਜਾ ਰਹੀ ਹੈ। ਕੀ ਕਾਰਨ? ਇਹਨਾਂ ਸਾਰੀਆਂ ਗੱਲਾਂ ਤੇ ਝਾਤ ਪਾਉਣ ਨੂੰ ਸਪੈਸ਼ਲ ਮਹਿਮਾਨ ਸਾਡੇ ਇਕੋਨਮਿਸਟ ਬਣੇ ਹੋਏ ਨੇ, ਸਰਦਾਰ ਸੁੱਚਾ ਸਿੰਘ ਗਿੱਲ। ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਤੇ ਉਹਨਾਂ ਸਾਰੀਆਂ ਗੱਲਾਂ ਪੁੱਛਦੇ ਹਾਂ। ਗਿੱਲ ਸਾਹਿਬ, ਬਹੁਤ ਬਹੁਤ ਸਵਾਗਤ ਜੀ ਤੁਹਾਡਾ ਸਾਡੇ ਓਪਨ ਪਲੇਟਫਾਰਮ ਪ੍ਰੋਗਰਾਮ ਜਸ ਪੰਜਾਬੀ ਦੇ ਮੰਚ ਤੇ। ਬਹੁਤ ਬਹੁਤ ਧੰਨਵਾਦ ਤੁਹਾਡਾ, ਮੈਨੂੰ ਜਸ ਪੰਜਾਬੀ ਟੀਵੀ ਦੇ ਆਪਣੇ ਪ੍ਰੋਗਰਾਮ 'ਚ ਸ਼ਾਮਲ ਕੀਤਾ ਤੇ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ। ਅਸੀਂ ਵੀ ਆਨਰ ਮਹਿਸੂਸ ਕਰਦੇ ਹਾਂ ਤੁਹਾਨੂੰ ਟੀਵੀ ਤੇ ਲਿਆ ਕੇ। ਗਿੱਲ ਸਾਹਿਬ, ਆਪਣੇ ਕੋਲ ਜਿੱਦਾਂ ਟਾਈਮ ਤੁਹਾਨੂੰ ਪਤਾ ਵੀ ਆਪਾਂ ਸੈਗਮੈਂਟ ਲਾਵਾਂਗੇ 30-40 ਮਿੰਟਾਂ ਦਾ, ਪਰ ਕੁਐਸਚਨ ਤੇ ਸ਼ੁਰੂ ਹੋਣੇ ਆ। ਆਪਾਂ ਗੱਲ 1950-51 ਦੀ ਕਰ ਲਈਏ। ਜੇ ਆਪਾਂ ਗੱਲ ਕਰੀਏ ਤਾਂ ਟੋਟਲ ਜਿਹੜੀ ਇਨਕਮ ਸੀਗੀ ਪੂਰੀ ਕੰਟਰੀ ਦੀ, ਉਹਦੇ 'ਚ 5% ਹੀ ਕਾਰਪੋਰੇਟ ਘਰਾਣੇ ਹੋਲਡ ਕਰਦੇ ਸੀ ਆ ਰਿਚ ਬੰਦੇ। ਅੱਜ ਜਿਹੜੇ ਹਾਲਾਤ ਹੈ ਉਹ 40 ਤੋਂ 44% ਮਨੀ ਉੱਧਰ ਜਾ ਰਹੀ ਹੈ। ਪਹਿਲਾਂ ਤਾਂ ਮੈਨੂੰ ਸਾਰੀ ਝਾਤ ਦੱਸੋ ਵੀ ਇਹ ਪੋਸੀਬਲ ਕਿੱਦਾਂ ਹੋਇਆ? ਆਪਾਂ ਜ਼ਿਮੀਂਦਾਰ ਪਰਿਵਾਰਾਂ 'ਚੋਂ ਆਉਂਦੇ ਹਾਂ, ਆਪਾਂ ਦੇਖਦੇ ਹਾਂ ਕਿ ਠੀਕ ਹੈ, ਮੈਂ ਮੰਨਦਾ ਪਰਿਵਾਰ ਵੱਡੇ ਹੋ ਜਾਂਦੇ, ਕਬੀਲਦਾਰੀਆਂ ਵੱਡੀਆਂ ਹੋ ਜਾਂਦੀਆਂ, ਜ਼ਮੀਨ ਥੋੜ੍ਹੀ ਰਹਿ ਜਾਂਦੀ ਹੈ, ਪਰ ਐਟ ਦ ਸੇਮ ਟਾਈਮ ਜੇ ਝਾਤ ਮਾਰੀਏ ਤਾਂ ਜਿਹੜੇ ਰਿਚ ਕਲਾਸ ਹੈ ਉਹਨਾਂ ਦੇ ਪਰਿਵਾਰ ਵੀ ਤਾਂ ਵੱਧਦੇ ਹੈ, ਉਹ ਵੀ ਗਾਂ ਦੀ ਗਾਂ ਜਿਹੜੇ ਕਾਰਪੋਰੇਟ ਘਰਾਣਿਆਂ ਦੀ ਗੱਲ ਕਰਦੇ ਆ। ਇਹ ਹੋਇਆ ਕਿ ਪਿਛਲੇ 70 ਸਾਲਾਂ ਜਾਂ 72 ਸਾਲਾਂ ਦੇ ਵਿੱਚ? ਇਸ ਤਰ੍ਹਾਂ ਹੈ ਕਿ ਜਦੋਂ 50-51 ਦੀ ਗੱਲ ਕਰਦੇ ਹਾਂ ਤੇ ਸਾਡੇ ਦੇਸ਼ ਦੀ ਜਿਹੜੀ ਆਰਥਿਕਤਾ ਸੀਗੀ ਉਹ ਖੇਤੀ ਪ੍ਰਧਾਨ ਸੀਗੀ ਜੀ। ਦੇ ਕਰੀਬ ਲੋਕ ਸੀ ਤੇ 70 ਲੋਕ ਖੇਤੀ ਤੇ ਨਿਰਭਰ ਸੀਗੇ। ਤੇ ਖੇਤੀ ਤੋਂ ਜਿਹੜੀ ਆਮਦਨ ਜਿਹੜੀ ਦੇਸ਼ ਦੀ 52-53% ਖੇਤੀ ਤੋਂ ਹੁੰਦਾ ਸੀਗਾ ਤੇ ਇੰਡਸਟਰੀ ਦਾ ਸ਼ੇਅਰ ਬਹੁਤ ਥੋੜਾ ਸੀਗਾ, ਇੱਦਾਂ ਸੇਵਾਵਾਂ ਦਾ ਸ਼ੇਅਰ ਬਹੁਤ ਥੋੜਾ ਸੀਗਾ। ਲੇਕਿਨ 1950-51 ਤੋਂ ਬਾਅਦ ਖਾਸ ਕਰਕੇ ਜਦੋਂ ਪਲਾਨਿੰਗ ਕਮਿਸ਼ਨ ਬਣਿਆ ਤਾਂ ਫਿਰ ਪਲਾਨਡ ਤਰੀਕੇ ਦੇ ਨਾਲ ਇਕੋਨਮੀ ਦੀ ਗਰੋਥ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਕਿਹਾ ਗਿਆ ਕਿ ਜੇ ਇੰਡਸਟਰੀਲਾਈਜੇਸ਼ਨ ਕਰਾਂਗੇ ਤਾਂ ਉਹਨਾਂ ਦਾ ਰੁਜ਼ਗਾਰ ਵੀ ਪੈਦਾ ਹੋਏਗਾ ਤੇ ਇਕੋਨਮੀ ਦਾ ਸਟਰਕਚਰ ਵੀ ਬਦਲ ਜਾਏਗਾ ਤੇ ਇਕੋਨਮੀ ਡਿਵੈਲਪਡ ਹੋ ਜਾਏਗੀ। ਸੋ ਇਸ ਕਰਕੇ ਸੈਕੰਡ 5 ਈਅਰ ਪਲਾਨ ਤੋਂ ਬਾਅਦ ਬੜੇ ਸਿਸਟੇਮੈਟਿਕ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਇੰਡਸਟਰੀ ਦੇ ਬਿਜ਼ਨਸ ਦੇ ਵਿਕਾਸ ਵਾਸਤੇ ਯੋਜਨਾਵਾਂ ਬਣਾਈਆਂ ਗਈਆਂ। ਲੇਕਿਨ ਉਸ ਵੇਲੇ ਜਿਹੜਾ ਕੰਸਟੀਟਿਊਸ਼ਨ ਸੀਗਾ ਉਹਨੂੰ ਵੀ ਧਿਆਨ 'ਚ ਰੱਖਿਆ ਗਿਆ ਕਿ ਸਾਡਾ ਜਿਹੜਾ ਕੰਸਟੀਟਿਊਸ਼ਨ ਹੈ ਉਹਦੇ 'ਚ ਇੱਕ ਸੈਕਸ਼ਨ ਹੈ ਜਿਹਨੂੰ ਕਹਿੰਦੇ ਆ ਡਾਇਰੈਕਟਿਵ ਪ੍ਰਿੰਸੀਪਲਸ। ਉਸ ਡਾਇਰੈਕਟਿਵ ਪ੍ਰਿੰਸੀਪਲ ਦੇ ਵਿੱਚ ਮੱਧ 39 ਦੇ ਅਨੁਸਾਰ B ਤੇ C ਦੋ ਮੱਧ ਨੇ, ਜਿਹੜੇ ਸਬ ਕਲਾਸਿਸ ਨੇ,
ਜਿਹ 'ਚ ਕਹਿੰਦੇ ਆ ਕਿ ਜਿਹੜੇ ਜਦੋਂ ਆਰਥਿਕ ਵਿਕਾਸ ਕਰਾਂਗੇ ਤੇ ਉਹਦਾ ਫਾਇਦਾ ਆਮ ਲੋਕਾਂ ਨੂੰ ਹੋਏਗਾ। ਜਿਹੜਾ C39C ਹੈ ਉਹ ਇਹ ਕਹਿੰਦਾ ਕਿ ਆਰਥਿਕਤਾ ਦਾ ਵਿਕਾਸ ਹੁੰਦਿਆਂ ਹੋਇਆਂ ਜਿਹੜੀ ਆਰਥਿਕ ਸ਼ਕਤੀ ਹੈ, ਇਕਨੋਮਿਕ ਪਾਵਰ ਹੈ, ਉਹ ਥੋੜੇ ਹੱਥਾਂ 'ਚ ਕੇਂਦਰਿਤ ਨਾ ਹੋਵੇ। ਸੋ ਇਹ ਭਾਵਨਾ ਸੀਗੀ ਜਿਹਦੇ 'ਚ ਇਕਨੋਮੀ ਨੂੰ ਟਰਾਂਸਫਰ ਕਰਨਾ ਸੀਗਾ। ਤੇ ਇਸ ਕਰਕੇ ਪਹਿਲੇ ਰਾਉਂਡ ਦੇ ਵਿੱਚ ਇਨਇਕੁਐਲਿਟੀ ਨੂੰ ਘਟਾਉਣ ਵਾਸਤੇ ਲੈਂਡ ਰਿਫਾਰਮਸ ਕੀਤੇ ਗਏ, ਸੀਲਿੰਗ ਔਨ ਲੈਂਡ ਹੋਲਡਿੰਗ ਕੀਤੀ ਗਈ ਕਿ 50 ਏਕੜ ਤੱਕ, 30 ਏਕੜ ਜਿਹੜੇ ਇਰੀਗੇਟਡ ਲੈਂਡ ਹੈ, 50 ਏਕੜ ਜਿਹੜੀ ਬਰਾਨੀ ਲੈਂਡ ਹੈ, ਉੱਥੋਂ ਤੱਕ ਸੀਲਿੰਗ ਲਾਤੀ ਗਈ 50s ਦੇ ਵਿੱਚ। ਬਾਅਦ ਵਿੱਚ 72 ਦੇ ਵਿੱਚ ਇਹ ਸੀਲਿੰਗ ਘਟਾ ਕੇ 17.5 ਏਕੜ ਕਰਤੀ ਇਰੀਗੇਟਡ ਡਬਲ ਕ੍ਰਾਫਟ ਏਰੀਆ ਦੇ ਉੱਤੇ, ਤੇ 50 ਏਕੜ ਬਰਾਨੀ ਲੈਂਡ ਦੇ ਉੱਤੇ ਰਹਿਣ ਦਿੱਤੀ ਗਈ। ਲੇਕਿਨ ਜਿਹੜੇ ਇੰਡਸਟਰੀਅਲ ਹਾਊਸਿਸ ਨੇ ਉਹਨਾਂ ਤੇ ਕੋਈ ਸ਼ਰਤ ਨਹੀਂ ਸੀਗੀ 50s ਦੇ ਵਿੱਚ। ਲੇਕਿਨ ਜਦੋਂ 60 ਦਾ ਮੱਧ ਆਉਂਦਾ ਹੈ, ਉਹ 'ਚ ਹਜ਼ਾਰੀ ਕਮੇਟੀ, RK ਹਜ਼ਾਰੀ ਨਾਂ ਦੇ ਅਰਥ ਸ਼ਾਸਤਰੀ ਸੀਗੇ, ਉਹਨਾਂ ਦੇ ਚੇਅਰਮੈਨਸ਼ਿਪ 'ਚ ਕਮੇਟੀ ਬਣਾਈ ਗਈ। ਤੇ ਉਹਨਾਂ ਨੇ ਕਿਹਾ ਕਿ ਜਿਹੜਾ ਆਰਥਿਕ ਵਿਕਾਸ ਇੰਡਸਟਰੀ 'ਚ ਖਾਸ ਕਰਕੇ ਹੋ ਰਿਹਾ, ਉਹਦੇ ਨਾਲ ਇਨਇਕੁਐਲਿਟੀ ਵੱਧ ਰਹੀ ਆ। ਉਸ ਕਰਕੇ ਉਹਨਾਂ ਨੇ ਇੱਕ ਐਕਟ ਪਾਸ ਕਰਾਇਆ ਜਿਹਨੂੰ ਮੋਨੋਪੋਲੀ ਐਂਡ ਰਿਸਟ੍ਰਿਕਟਿਵ ਟ੍ਰੇਡ ਪ੍ਰੈਕਟਿਸਿਸ ਐਕਟ ਕਹਿੰਦੇ ਆ, MRTP ਐਕਟ। ਉਹਦੇ 'ਚ ਉਹਨਾਂ ਨੇ ਫੈਸਲਾ ਕੀਤਾ ਕਿ ਆਪਾਂ ਡਿਫਾਈਨ ਕਰ ਲਈਏ ਕਿ ਵੱਡੇ ਤੋਂ ਵੱਡੇ ਘਰਾਣੇ ਦੀ ਜਾਇਦਾਦ ਦੀ ਲਿਮਿਟ ਕੀ ਹੋਏਗੀ। ਉਹ ਉਹਨਾਂ ਨੇ 20 ਕਰੋੜ ਮਿਥੀ, ਤੇ 20 ਕਰੋੜ ਤੋਂ ਉੱਪਰ ਜਿਹੜੇ ਇੰਡਸਟਰੀਅਲ ਘਰਾਣੇ ਸੀਗੇ ਉਹਨਾਂ ਨੂੰ ਲਾਇਸੈਂਸ ਨਹੀਂ ਦਿੱਤਾ ਜਾਂਦਾ ਸੀਗਾ ਨਵੀਂ ਇੰਡਸਟਰੀ ਲਾਉਣ ਵਾਸਤੇ, ਤੇ ਨਾ ਹੀ ਨਵੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਸੀਗੀਆਂ। ਫਿਰ 70s ਜਾ ਕੇ ਇਹ ਜਿਹੜੀ ਲਿਮਿਟ ਸੀ, ਅਪਰ ਲਿਮਿਟ 20 ਕਰੋੜ ਤੋਂ 50 ਕਰੋੜ ਕਰਤੀ। 80ਵੀਆਂ ਦੇ ਵਿੱਚ ਇਹ ਲਿਮਿਟ ਵਧਾ ਕੇ ਜਿਹੜੀ ਹੈ ਉਹ 100 ਕਰੋੜ ਕਰਤੀ। ਗਿੱਲ ਸਾਹਿਬ ਮੈਂ ਉੱਥੇ ਆ ਰਿਹਾ, ਪਰ ਬੇਸਿਕ ਕੁਐਸਚਨ ਗਿੱਲ ਸਾਹਿਬ ਇਹ ਹੁੰਦਾ ਹੈ ਕਿ ਐਟ ਦਿਸ ਮੋਮੈਂਟ ਹੁਣ ਵੀ ਜੇ ਦੇਖੀਏ ਤਾਂ 44% ਜਿਹੜੇ ਕਿਸਾਨ ਮਜ਼ਦੂਰ ਆ ਉਹ ਖੇਤੀਬਾੜੀ ਤੇ ਨਿਰਭਰ ਕਰਦੇ ਆ, ਮਜ਼ਦੂਰੀ ਤੇ ਨਿਰਭਰ ਕਰਦੇ। 44% ਟੋਟਲ ਪਾਪੂਲੇਸ਼ਨ, ਆਲਮੋਸਟ ਅੱਧ ਲਾ ਲਓ ਤੁਸੀਂ, 6% ਹੀ ਘੱਟ ਆ। ਉਹ ਫਿਰ ਗੌਰਮੈਂਟ ਜਿਹੜੀ ਹੈ ਬਾਕੀ ਦਾ ਅੱਧ ਤਾਂ ਤੁਸੀਂ ਦੇਖੋ ਟੋਟਲ ਪਾਪੂਲੇਸ਼ਨ ਦਾ, ਸਰਵਿਸ ਕਲਾਸ ਵੀ ਆ ਜਾਂਦੀ ਹੈ, ਹੋਰ ਬਿਜ਼ਨਸ ਕਲਾਸ ਵੀ ਆ ਜਾਂਦੇ ਆ, ਹੋਰ ਵਿੱਚ ਆਰਮੀ ਵੀ ਆ ਜਾਂਦੀ ਹੈ, ਬਹੁਤ ਕੁਝ ਆ ਜਾਂਦਾ ਆ। ਪਰ ਉਹ ਆਪਾਂ ਸਰਵਿਸ ਕਲਾਸ ਜਾਂ ਆਰਮੀ ਜਾਂ ਜਿਹੜੇ ਹੋਰ ਸਰਵਿਸਮੈਨਸ ਆ ਉਹਨਾਂ ਨੂੰ ਛੱਡ ਦਿੰਦੇ ਆ, ਛੋਟੇ ਬਿਜ਼ਨਸਮੈਨਾਂ ਨੂੰ ਛੱਡ ਦਿੰਦੇ ਆ, ਉਹ ਵੀ ਕਿਤੇ ਨਾ ਕਿਤੇ ਤਰੱਕੀ ਜ਼ਿਆਦਾ ਕਰ ਰਹੇ ਆ। ਪਰ ਸਭ ਤੋਂ ਜ਼ਿਆਦਾ ਜਿਹੜੀ ਤਰੱਕੀ ਹੋਈ ਹੈ ਉਹ ਕਾਰਪੋਰੇਟ ਘਰਾਣਿਆਂ ਦੀ ਆ। ਅਪਰ ਰਿਚ ਜਿਹੜੇ ਵੱਡੇ ਸਰਮਾਏਦਾਰ ਬੈਠੇ ਆ ਵੱਡੇ ਵੱਡੇ ਸ਼ਹਿਰਾਂ 'ਚ, ਉਹਨਾਂ ਦੀ ਜ਼ਿਆਦਾ ਹੋਈ ਹੈ। ਉੱਥੇ ਕਿਤੇ ਨਾ ਕਿਤੇ ਅਗੇਨ ਜਿਹੜਾ 44% ਨੂੰ ਅਣਗੌਲਿਆ ਕੀਤਾ ਗਿਆ, ਤੁਸੀਂ ਇਸ ਗੱਲ ਨੂੰ ਮੰਨਦੇ ਹੋ ਔਰ ਕਿਉਂ ਕੀਤਾ ਗਿਆ? ਨਹੀਂ, ਮੈਂ ਇਹੀ ਦੱਸ ਰਿਹਾ ਨਾ ਕਿ ਜਿਹੜੀ ਪ੍ਰਾਇੋਰਟੀ ਬਣਾਈ ਗਈ ਨਾ ਕਿ ਕਿੱਥੇ ਆਰਥਿਕ ਵਿਕਾਸ ਕਰਨਾ, ਉਹ ਇੰਡਸਟਰੀ ਦਾ ਬਿਜ਼ਨਸ ਹੋ ਗਿਆ ਨਾ। ਮੈਂ ਇਹੀ ਕਹਿ ਰਿਹਾ ਸੀ ਕਿ ਲੈਂਡ ਸੀਲਿੰਗ ਤੇ ਰੱਖ ਲਈ ਅਸੀਂ, ਲੇਕਿਨ ਇੰਡਸਟਰੀਅਲ ਘਰਾਣਿਆਂ ਦੇ ਉੱਤੇ ਜਿਹੜੀ ਸੀਲਿੰਗ ਸੀ ਉਹ ਖਤਮ ਕਰਤੀ 91 ਚ ਆਉਂਦਿਆਂ। ਤੇ ਹੁਣ ਜਿੰਨੀ ਮਰਜ਼ੀ ਜਾਇਦਾਦ ਹੋਵੇ ਉਹਨਾਂ ਦੇ ਖਿਲਾਫ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੁੰਦਾ। ਰਾਦਰ ਇਹ ਆ ਕਿ ਜਿਹੜੀਆਂ 91 ਤੋਂ ਬਾਅਦ ਨੀਤੀਆਂ ਬਣੀਆਂ ਉਹਦੇ 'ਚ ਸਾਰੇ ਦੇ ਸਾਰਾ ਧਿਆਨ ਕੇਂਦਰਿਤ ਕਾਰਪੋਰੇਟ ਘਰਾਣਿਆਂ ਵੱਲ ਕਰਤਾ। ਇੱਕ ਤਾਂ ਲਿਮਿਟ ਹਟਾਤੀ, ਇਹਨਾਂ ਦੇ ਉੱਤੇ ਕੋਈ ਲਿਮਿਟ ਨਹੀਂ ਰਹੀ ਕਿ ਕਦੋਂ ਅਸੀਂ ਮੋਨੋਪੋਲੀ ਹਾਊਸ ਨੂੰ ਗਿਣਨਾ ਹੈਗਾ। ਦੂਸਰਾ ਉਹਨਾਂ ਨੇ ਕੀਤਾ ਕਿ ਜਿਹੜੇ ਪਬਲਿਕ ਸੈਕਟਰ ਦੇ ਅਦਾਰੇ ਸੀਗੇ ਉਹਨਾਂ ਨੂੰ ਵੇਚਣਾ ਸ਼ੁਰੂ ਕਰਤਾ। ਫਸਟ ਰਾਊਂਡ ਦੇ ਵਿੱਚ ਕੁਝ ਹੋਟਲ ਵੇਚੇ, ਸੈਕੰਡ ਰਾਊਂਡ ਦੇ ਵਿੱਚ ਇਹਨਾਂ ਨੇ ਜਿਹੜੇ ਆ ਟੈਲੀਫੋਨ ਇੰਡਸਟਰੀ ਦੇ ਵਿੱਚ ਪ੍ਰਾਈਵੇਟ ਸੈਕਟਰ ਨੂੰ ਲਿਆਂਦਾ। ਫਿਰ ਇਹਨਾਂ ਨੇ ਜਿਹੜੀਆਂ ਰਿਫਾਈਨਰੀਜ਼ ਵਿੱਚ ਪ੍ਰਾਈਵੇਟ ਸੈਕਟਰ ਨੂੰ ਲਿਆਂਦਾ, ਅਬਾਨੀਆਂ ਨੂੰ, ਉਹਨਾਂ ਨੂੰ ਆਇਲ ਐਕਸਪਲੋਰੇਸ਼ਨ ਦੇ ਵਿੱਚ ਲਿਆਂਦਾ। ਤੇ ਹੁਣ ਇਹਨਾਂ ਨੇ ਇਵਨ ਡਿਫੈਂਸ ਦੇ ਵਿੱਚ ਪ੍ਰਾਈਵੇਟ ਸੈਕਟਰ ਨੂੰ ਲਿਆਂਦਾ। ਤੁਹਾਨੂੰ ਪਤਾ ਹੋਣਾ ਰਫੇਲ ਦੀ ਜਿਹੜੀ ਪ੍ਰੋਡਕਸ਼ਨ ਹੋਣੀ ਆ ਉਹ ਜਿਹੜਾ ਛੋਟਾ ਅਦਾਨੀ ਆ ਉਹਦੇ ਨਾਲ ਕੋਲੈਬੋਰੇਸ਼ਨ 'ਚ ਹੋ ਰਹੀ ਆ। ਸੋ ਤਮਾਮ ਖੇਤਰ ਜਿਹੜੇ ਬੰਦ ਸੀਗੇ ਇਹਨਾਂ ਵਾਸਤੇ ਉਹ 91 ਤੋਂ ਬਾਅਦ ਖੋਲ੍ਹਤੇ ਗਏ। ਫਿਰ ਹੁਣ ਰੇਲਵੇ ਨੂੰ ਪ੍ਰਾਈਵੇਟਾਈਜ਼ ਕੀਤਾ ਜਾ ਰਿਹਾ ਹੈਗਾ, ਔਰ ਇੱਥੋਂ ਤੱਕ ਕਿ ਜਿਹੜੀ ਇੰਡੀਅਨ 에ਅਰਲਾਈਨ ਹੈ ਉਹ ਟਾਟਾ ਨੂੰ ਵੇਚ ਦਿੱਤੀ ਗਈ ਆ। ਸੋ ਤਮਾਮ ਜਿਹੜੇ ਖੇਤਰ ਨੇ ਉਹ ਇਹਨਾਂ ਵਾਸਤੇ ਖੋਲ੍ਹ ਦਿੱਤੇ ਗਏ ਨੇ, ਲਿਮਟਾਂ ਹਟਾਤੀਆਂ ਗਈਆਂ ਨੇ। ਦੂਸਰਾ ਇਹਨਾਂ ਨੇ ਕੀ ਕੀਤਾ, ਜਦੋਂ ਮੋਦੀ ਸਰਕਾਰ ਬਣੀ ਆ ਤਾਂ 96 ਦੇ ਵਿੱਚ ਟੈਕਸ ਰੇਟ ਜਿਹੜਾ ਹੈ ਉਹ ਇਹਨਾਂ ਤੇ 35% ਹੁੰਦਾ ਸੀਗਾ, ਕਾਰਪੋਰੇਟ ਟੈਕਸ ਰੇਟ ਜਿਹਨੂੰ ਕਹਿੰਦੇ ਆ, ਤੇ ਉਹ ਘਟਾ ਕੇ 22% ਕਰਤਾ। ਸਿੱਧਾ ਹੀ 13% ਦੀ ਗਿਰਾਵਟ ਕਰ ਦਿੱਤੀ। ਜੇ ਕੋਈ ਮਿਡਲ ਕਲਾਸ ਦਾ ਬੰਦਾ ਹੈ ਜਾਂ ਆਰਮੀ 'ਚ ਬੰਦਾ ਹੈ ਜਾਂ ਕੋਈ ਹੋਰ ਨੌਕਰੀ ਕਰਨ ਵਾਲਾ ਬੰਦਾ ਹੈ, ਜੇ ਉਹਦੀ ਆਮਦਨ 10 ਲੱਖ ਤੋਂ ਵੱਧ ਹੈ
ਤਾਂ ਉਹਦੇ ਤੇ 33% ਦੇ ਰੇਟ ਨਾਲ ਟੈਕਸ ਲੱਗਦਾ ਹੈ। ਲੇਕਿਨ ਜਿਹੜਾ ਕਾਰਪੋਰੇਟ ਘਰਾਣੇ ਨੇ ਉਹਨਾਂ ਦਾ ਕਾਰਪੋਰੇਟ ਟੈਕਸ ਜਿਹੜਾ ਉਹ 22-23% ਲੱਗਦਾ ਹੈ। 23% ਮਤਲਬ ਇਹਨਾਂ ਨੂੰ ਟੈਕਸ ਕੰਸੈਸ਼ਨ ਬਹੁਤ ਜ਼ਿਆਦਾ ਦਿੱਤੇ ਗਏ। ਅਗਲਾ ਜਿਹੜਾ ਕੰਮ ਕੀਤਾ ਗਿਆ ਉਹ ਬੈਂਕਾਂ ਦੇ ਜਿਹੜੇ ਸਰਕਾਰੀ ਬੈਂਕ ਨੇ ਖਾਸ ਕਰਕੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਪੈਸੇ ਨੇ ਉਹਨਾਂ ਵਾਸਤੇ ਇਹਨਾਂ ਨੂੰ ਖੁੱਲ੍ਹ ਦਿੱਤੀ ਗਈ ਕਿ ਜਿੰਨਾ ਮਰਜ਼ੀ ਪੈਸਾ ਲੈ ਲਓ, ਔਰ ਜੇ ਇਹਨਾਂ ਦੀਆਂ ਏਸਟਸ ਜਿਹੜੀਆਂ ਨੇ ਨਾਨ ਪਰਫਾਰਮਿੰਗ ਹੋ ਜਾਂਦੀਆਂ ਨੇ, ਜੇ ਕੰਪਨੀ ਨਹੀਂ ਚੱਲਦੀ, ਫੇਲ ਹੋ ਜਾਂਦੀ ਹੈ, ਤੇ ਵਨ ਟਾਈਮ ਸੈਟਲਮੈਂਟ ਦੇ ਤਹਿਤ 20% ਤੇ 25% ਤੇ ਉਹਨਾਂ ਤੋਂ ਲੈ ਕੇ ਤੇ ਉਹਨਾਂ ਦੇ ਕਰਜ਼ੇ ਮਾਫ ਕਰਦੇ ਨੇ। ਔਰ ਇਹ ਜਿਹੜੀ ਗੱਲ ਹੈ ਇਹ ਪਬਲਿਕ ਨਹੀਂ ਕੀਤੀ ਜਾਂਦੀ, ਕਿੰਨਾਂ ਦੇ ਕਰਜ਼ੇ ਮਾਫ ਕੀਤੇ ਨੇ, ਕਿੰਨੇ ਕਰਜ਼ੇ ਮਾਫ ਕੀਤੇ ਨੇ। ਹਰ ਸਾਲ ਬੈਂਕਾਂ ਦੇ ਕਰੋੜਾਂ ਰੁਪਏ ਜਿਹੜੇ ਕਰਜ਼ੇ ਨੇ ਉਹ ਇਸ ਤਰ੍ਹਾਂ ਇਹਨਾਂ ਕੰਪਨੀਆਂ ਦੇ ਮਾਫ ਕੀਤੇ ਜਾਂਦੇ ਨੇ। ਜੇ ਕਿਸਾਨ ਪੈਸਾ ਨਹੀਂ ਮੋੜਦਾ ਤੇ ਉਹਦੇ ਖਿਲਾਫ ਉਹਦੀ ਜ਼ਮੀਨ ਕੁਰਕ ਕਰਨ ਦਾ ਬੈਂਕ ਕਾਰਵਾਈ ਕਰਦੇ ਨੇ। ਲੇਕਿਨ ਜੇ ਪ੍ਰਾਈਵੇਟ ਕੰਪਨੀ ਪੈਸੇ ਮਾਰ ਲੈਂਦੀ ਹੈ ਬੈਂਕ ਦੇ ਤਾਂ ਉਹਨੂੰ ਵਨ ਟਾਈਮ ਸੈਟਲਮੈਂਟ ਦੇ ਤਹਿਤ 20-25% ਪੈਸੇ ਦੇ ਕੇ ਤੇ ਉਹਦਾ ਨਿਪਟਾਰਾ ਕਰ ਦਿੱਤਾ ਜਾਂਦਾ ਹੈ। 20-25% ਲੈ ਕੇ ਜੀ। ਹਾਂ, ਸੋ ਬੈਂਕ ਜਿਹੜੇ ਨੇ ਉਹਨਾਂ ਦਾ ਜਿਹੜਾ ਘਾਟਾ ਪੈਂਦਾ ਹੈਗਾ ਉਹਨੂੰ ਫਿਰ ਸਰਕਾਰ ਆਪਣੇ ਰਿਸੋਰਸਿਸ ਚੋਂ ਬੈਂਕਾਂ ਦੀ ਰੀਕੈਪੀਟਲਾਈਜੇਸ਼ਨ ਕਰਦੀ ਆ। ਤੋਂ ਪੈਸੇ ਟੈਕਸ ਕਿੱਥੋਂ ਕੀਤੇ ਨੇ? ਆਮ ਲੋਕਾਂ ਤੋਂ। ਸੋ ਆਮ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਬੈਂਕਾਂ ਦੇ ਜਿਹੜੇ ਪੈਸੇ ਮਾਰਦੀਆਂ ਨੇ ਵੱਡੇ ਕਾਰਪੋਰੇਟ ਘਰਾਣੇ, ਉਹ ਸਰਕਾਰ ਉਹਨਾਂ ਦੇ ਮਾਫ ਕਰਦੀ ਰਹਿੰਦੀ ਆ। ਇਸ ਤੋਂ ਇਲਾਵਾ ਸਬਸਿਡੀਆਂ ਬਹੁਤ ਦਿੱਤੀਆਂ ਜਾਂਦੀਆਂ ਨੇ ਕਾਰਪੋਰੇਟ ਸੈਕਟਰ ਨੂੰ। ਕੋਈ 1.5-2 ਲੱਖ ਕਰੋੜ ਦੀ ਹਰ ਸਾਲ ਸਬਸਿਡੀ ਦਿੱਤੀ ਜਾਂਦੀ ਆ ਇਨ ਦਾ ਨੇਮ ਆਫ ਇਨਸੈਂਟਿਵਸ। ਮਸਲਨ ਜੇ ਕੋਈ ਨਵਾਂ ਯੂਨਿਟ ਕਾਰਪੋਰੇਟ ਸੈਕਟਰ ਜਾਂ ਕੰਪਨੀ ਲਾਉਂਦੀ ਹੈ ਤਾਂ ਉਹਨੂੰ 5 ਸਾਲ ਵਾਸਤੇ ਇਨਕਮ ਟੈਕਸ ਤੋਂ ਛੋਟ ਦੇ ਦਿੱਤੀ ਜਾਂਦੀ ਆ। ਉਹਨੂੰ ਬਿਜਲੀ ਪਾਣੀ ਮੁਫਤ 5 ਸਾਲ ਲਈ ਦੇ ਦਿੱਤਾ ਜਾਂਦਾ ਹੈਗਾ। ਉਹਨੂੰ ਜ਼ਮੀਨ ਕੰਸੈਸ਼ਨਲ ਰੇਟ ਤੇ ਦਿੱਤੀ ਜਾਂਦੀ ਆ। ਤਾਂ ਇਹ ਜਿਹੜੇ ਇਨਸੈਂਟਿਵ ਦੇ ਨਾਂ ਤੇ ਸਬਸਿਡੀਜ਼ ਹੈ ਉਹ ਜਿਹੜੀ ਕੰਜ਼ਿਊਮਰ ਸਬਸਿਡੀ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਹੈ। ਸੋ ਫਿਸਕਲ ਪਾਲਿਸੀ, ਮੋਨਟਰੀ ਪਾਲਿਸੀ ਔਰ ਜਿਹੜਾ ਇਨਸੈਂਟਿਵ ਸਿਸਟਮ ਸਕੀਮ ਹੈ, ਜੇ ਆਮ ਆਦਮੀ ਨੂੰ ਕੋਈ ਫੂਡ ਤੇ ਸਬਸਿਡੀ ਦਿੱਤੀ ਜਾਂਦੀ ਉਹਨੂੰ ਸਬਸਿਡੀ ਕਹਿੰਦੇ ਨੇ। ਜਿਹੜਾ ਕਾਰਪੋਰੇਟ ਸੈਕਟਰ ਨੂੰ ਮਦਦ ਕੀਤੀ ਜਾਂਦੀ ਹੈ ਉਹਨੂੰ ਇਨਸੈਂਟਿਵ ਦੇ ਨਾਂ ਦਿੱਤਾ ਜਾਂਦਾ ਹੈ। ਜੀ 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 ਜੀ। ਪਹਿਲਾਂ ਇਹ ਡੇਟਾ ਸੈਪਰੇਟ ਆਉਂਦਾ ਸੀਗਾ, ਅੱਜ ਕੱਲ੍ਹ ਸੈਪਰੇਟ ਡੇਟਾ ਹੀ ਦੇਣਾ ਬੰਦ ਕਰ ਦਿੱਤਾ ਹੈਗਾ। ਸੋ ਇਹ ਜਿਹੜਾ ਸਿਸਟਮੈਟਿਕਲੀ ਸਰਕਾਰੀ ਖਜ਼ਾਨੇ ਚੋਂ ਇਹਨਾਂ ਨੂੰ ਪੈਸੇ ਦਿੱਤੇ ਗਏ, ਸਰਕਾਰੀ ਖਜ਼ਾਨੇ ਚੋਂ ਸਹੂਲਤਾਂ ਦਿੱਤੀਆਂ ਗਈਆਂ, ਟੈਕਸ ਰੇਟ ਘਟਾਇਆ ਗਿਆ ਤੇ 91 ਤੋਂ ਬਾਅਦ ਬੜੀ ਤੇਜ਼ੀ ਨਾਲ ਇਹਨਾਂ ਦਾ ਵਿਕਾਸ ਹੋਇਆ। ਸੋ ਸੰਨ 2000 ਦੇ ਵਿੱਚ ਸਿਰਫ ਹਿੰਦੁਸਤਾਨ 'ਚ 9 ਅਰਬਪਤੀ ਸੀਗੇ, ਬਿਲੀਨੀਅਰ ਜਿਹਨਾਂ ਨੂੰ ਕਹਿੰਦੇ। ਲੇਕਿਨ 2017 ਦੇ ਵਿੱਚ ਇਹਨਾਂ ਦੀ ਗਿਣਤੀ 109 ਹੋ ਗਈ ਔਰ 22 ਚ ਪਹੁੰਚਦਿਆਂ 119 ਹੋ ਗਈ। ਤਾਂ ਹਿੰਦੁਸਤਾਨ ਦੇ ਵਿੱਚ ਬੜੀ ਤੇਜ਼ੀ ਨਾਲ ਜਿਹੜੇ ਅਰਬਪਤੀਆਂ ਦਾ ਨੰਬਰ ਵੱਧਦਾ ਜਾਂਦਾ ਹੈ। ਤੇ ਇਸੇ ਕਰਕੇ ਜਿਹੜਾ ਇਨਕਮ ਸ਼ੇਅਰ ਹੈ ਇਹਨਾਂ ਦਾ ਇਕਨੋਮੀ ਦੇ ਵਿੱਚ ਉਹ 5% ਜਿਹੜਾ 50-51 ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਉਹ 80-81 ਦੇ ਵਿੱਚ 7-8% ਦੇ ਕਰੀਬ ਸੀਗਾ। ਗਿੱਲ ਸਾਹਿਬ ਤੁਸੀਂ ਇਨਫੋਰਮੇਸ਼ਨ ਬੜੀ ਵਿਸਥਾਰ ਨਾਲ ਦਿੱਤੀ, ਕਾਫੀ ਸਾਰੀ ਇਨਫੋਰਮੇਸ਼ਨ ਹੈ, ਉਹਦੇ ਵਿੱਚ ਕੁਐਸਚਨ ਖੜੇ ਹੋ ਜਾਂਦੇ ਬਹੁਤ ਸਾਰੇ ਕਿ ਐਡੀ ਵੱਡੀ ਪਾਪੂਲੇਸ਼ਨ ਜਿਹੜੀ ਨਿਗਾਰ ਵੱਲ ਜਾ ਰਹੀ ਹੈ ਉਹਨੇ ਸਟੈਂਡ ਕਿਉਂ ਨਹੀਂ ਲਿਆ, ਸੂਬਾ ਸਰਕਾਰਾਂ ਨੇ ਇਹਦੇ ਵਿੱਚ ਸਟੈਂਡ ਕਿਉਂ ਨਹੀਂ ਲਿਆ, ਸੈਂਟਰ ਸਰਕਾਰ ਨੇ ਇਹਦੇ ਵਿੱਚ ਪਾਲਿਸੀ ਚੇਂਜ ਕਰਨ ਤੇ ਮਜਬੂਰ ਹੋ ਕਿਉਂ ਨਹੀਂ ਹੋਈ? ਕਿਉਂਕਿ ਹਰ 5 ਸਾਲਾਂ ਬਾਅਦ ਤਾਂ ਵੋਟ ਮੰਗਣ ਇਸ 44% ਕੋਲ ਵੀ ਜਾਣਾ ਪੈਂਦਾ ਹੈ। ਮੰਨਦੇ ਹਾਂ ਇਸ ਗੱਲ ਨੂੰ? ਆਪਾਂ ਇਹਨਾਂ ਸਾਰੀਆਂ ਗੱਲਾਂ ਤੇ ਝਾਤ ਬਣਾਏ ਗਿੱਲ ਸਾਹਿਬ, ਪਰ ਆਪਾਂ ਰੁਕਣਾ ਪਿਆ। ਇੱਕ ਕੁਇਕ ਬ੍ਰੇਕ ਲਈ ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਇਕਨੋਮਿਸਟ ਸੁੱਚਾ ਸਿੰਘ ਗਿੱਲ, ਬਹੁਤ ਸੋਹਣਾ ਆਪਦਾ ਵਿਸਤਾਰ ਨਾਲ ਇਨਫੋਰਮੇਸ਼ਨ ਦੇ ਰਹੇ। ਆਪਾਂ ਰੁਕਣਾ ਪਿਆ ਇੱਕ ਛੋਟੀ ਜਿਹੀ ਬ੍ਰੇਕ ਲਈ। ਇੱਦਾਂ ਬਣੇ ਰਹੋ ਜਸ ਪੰਜਾਬੀ ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਆਪਾਂ ਗੱਲ ਕਰ ਰਹੇ ਹਾਂ ਆਰਥਿਕ ਮੰਦ ਵਾੜੇ ਦੀ, ਜਿਹੜਾ ਫਾਈਨੈਂਸ਼ੀਅਲ ਗੈਪ ਵੱਧ ਰਿਹਾ ਆ, ਘਟ ਰਿਹਾ ਆ ਬਹੁਤ ਜ਼ਿਆਦਾ। ਜਿੱਦਾਂ ਵੱਧ ਰਿਹਾ ਰਿਚ ਹੋ ਰਿਹਾ, ਗਰੀਬ ਹੋਰ ਗਰੀਬ ਹੋ ਰਿਹਾ। ਇਹਨਾਂ ਸਾਰੀਆਂ ਗੱਲਾਂ ਝਾਤ ਪਾਉਣ ਨੂੰ ਇਕਨੋਮਿਸਟ ਸੁੱਚਾ ਸਿੰਘ ਗਿੱਲ ਬਣੇ ਹੋਏ ਨੇ। ਗਿੱਲ ਸਾਹਿਬ ਸਵਾਗਤ ਤੁਹਾਡਾ ਆਫਟਰ ਬ੍ਰੇਕ ਅਗੇਨ। ਅਸੀਂ ਧੰਨਵਾਦੀ ਹਾਂ ਤੁਸੀਂ ਇੰਡੀਆ ਤੋਂ ਇੱਥੇ ਟੋਰਾਂਟੋ ਆਏ ਹੋਏ ਹੋ ਤਾਂ ਸਾਡੇ ਲਈ ਟਾਈਮ ਕੱਢਿਆ ਅਗੇਨ। ਮੇਰਾ ਕੁਐਸਚਨ ਤੁਸੀਂ ਵਿਸਤਾਰ ਨਾਲ ਬੜੀ ਸੋਹਣੀ ਇਨਫੋਰਮੇਸ਼ਨ ਦਿੱਤੀ, ਪਰ ਇਹਨਾਂ ਵਿੱਚੋਂ ਕੁਐਸਚਨ ਇਹ ਖੜੇ ਹੋ ਜਾਂਦੇ ਕਿ ਇਹਨਾਂ 70-72 ਸਾਲਾਂ ਦੇ ਵਿੱਚ ਜਿਹੜੀ 44% ਪਾਪੂਲੇਸ਼ਨ ਹੈ ਉਹਨੇ ਕੋਈ ਸਟੈਂਡ ਕਿਉਂ ਨਹੀਂ ਲਿਆ ਕਿ ਅਸੀਂ ਅੱਧੀ ਪਾਪੂਲੇਸ਼ਨ ਹੈ ਟੋਟਲ ਕੰਟਰੀ ਦੀ, ਔਰ ਸਾਡੀ ਜਿਹੜੀ ਹਾਲਾਤ ਨਿਗਾਰ ਵੱਲ ਜਾ ਰਹੀ ਹੈ, ਉਹਨਾਂ ਨੇ ਇਹਨਾਂ 70-72 ਸਾਲਾਂ ਦੇ ਵਿੱਚ ਸਟੈਂਡ ਕਿਉਂ ਨਹੀਂ ਲਿਆ? ਉਦੋਂ ਬਾਅਦ ਆਪਾਂ ਸੂਬਾ ਸਰਕਾਰਾਂ ਜਾਂ ਸੈਂਟਰਲ ਗੌਰਮੈਂਟ ਵੱਲ ਚੱਲਾਂਗੇ। ਦੇਖੋ ਜਿਹੜਾ ਖੇਤੀਬਾੜੀ ਦੇ ਵਿੱਚ ਲੋਕ ਲੱਗੇ ਨੇ ਉਹ ਵੱਡੀ ਤਾਦਾਦ ਵਿੱਚ ਨੇ। ਜਿਹੜੇ 50-52 ਚ 70% ਦੇ ਕਰੀਬ ਖੇਤੀਬਾੜੀ 'ਚ ਲੋਕ ਲੱਗੇ ਸੀਗੇ।
ਹੁਣ 44-45% ਖੇਤੀਬਾੜੀ 'ਚ ਲੱਗੇ ਨੇ, ਕਿਸਾਨ ਨੇ ਜਾਂ ਖੇਤ ਮਜ਼ਦੂਰ ਨੇ। ਉਹਨਾਂ ਦਾ ਕੁੱਲ ਇਕਨੋਮੀ ਜਿਹੜਾ ਸ਼ੇਅਰ ਹੈ ਉਹ 17-18% ਰਹਿ ਗਿਆ ਹੈਗਾ। ਉਹਦਾ ਕਾਰਨ ਇਹ ਆ ਕਿ ਖੇਤੀਬਾੜੀ ਦੇ ਨਾਲ ਸੰਬੰਧਿਤ ਜਿਹੜੀਆਂ ਵਸਤਾਂ ਪੈਦਾ ਹੁੰਦੀਆਂ ਨੇ ਉਹਨਾਂ ਦੀ ਕੀਮਤ ਸੈਂਟਰ ਗਵਰਨਮੈਂਟ ਫਿਕਸ ਕਰਦੀ ਆ, ਤੇ ਉਹਨਾਂ ਨੂੰ ਸਿਰਫ 2 ਫਸਲਾਂ ਖਰੀਦਦੇ ਨੇ ਉਸ ਕੀਮਤ ਤੇ, ਕਣਕ ਤੇ ਝੋਨਾ, ਤੇ ਅੱਧੀ ਫਸਲ ਹੈ ਕਪਾਹ। ਬਾਕੀ ਜਿਹੜੀਆਂ ਫਸਲਾਂ ਨੇ ਉਹਨਾਂ ਦਾ ਕੋਈ ਘੱਟੋ ਘੱਟ ਸਮਰਥਨ ਮੁੱਲ ਨਹੀਂ ਦਿੱਤਾ ਜਾਂਦਾ। ਤੇ ਜਿਹੜੀਆਂ ਮੰਡੀਆਂ ਜਿੱਥੇ ਸਮਰਥਨ ਮੁੱਲ ਮਿਲਦਾ, ਪੰਜਾਬ, ਹਰਿਆਣਾ, ਪੱਛਮੀ ਯੂਪੀ ਤੇ ਥੋੜੇ ਜਿਹੇ ਹੋਰ ਹਿੰਦੁਸਤਾਨ ਦੇ ਇਲਾਕੇ ਨੇ। ਬਾਕੀ ਜਿਹੜੇ ਕਿਸਾਨ ਨੇ ਉਹਨਾਂ ਨੂੰ ਜਿਹੜਾ ਗਵਰਨਮੈਂਟ ਵੱਲੋਂ ਮਿੱਥਿਆ ਭਾਅ ਹੈ ਉਹ ਵੀ ਨਹੀਂ ਮਿਲਦਾ। ਤੇ ਇਸ ਕਰਕੇ ਉਹਨਾਂ ਨੂੰ ਇੱਕ ਤਾਂ ਮਿੱਥਿਆ ਭਾਅ ਨਹੀਂ ਮਿਲਦਾ, ਤੇ ਕੁਝ ਅੰਦਾਜ਼ੇ ਲੋਕਾਂ ਨੇ ਜਨਰੇਟ ਕੀਤੇ ਆ ਕਿ ਇਸ ਮਿੱਥਿਆ ਭਾਅ ਨਾ ਮਿਲਣ ਕਰਕੇ ਜਿਹੜੀ ਹਿੰਦੁਸਤਾਨ ਦੀ ਕਿਸਾਨੀ ਆ ਉਹਨੂੰ 1 ਲੱਖ ਕਰੋੜ ਜਿਹੜਾ ਹੈ ਸਾਲ ਦਾ ਘਾਟਾ ਪੈਂਦਾ। ਤੇ ਇਹ ਘਾਟਾ ਜਿਹੜਾ ਵਪਾਰੀ ਵਰਗ ਤੇ ਜਿਹੜਾ ਪ੍ਰੋਸੈਸਿੰਗ ਇੰਡਸਟਰੀ ਆ ਉਹਨੂੰ ਬੈਨੀਫਿਟ ਹੁੰਦਾ। ਸੋ ਕਿਸਾਨ ਤੋਂ ਜਿਹੜੀ ਆਮਦਨ ਜਾਣੀ ਸੀ ਉਧਰ ਚਲੀ ਜਾਂਦੀ ਹੈ। ਦੂਸਰੀ ਗੱਲ ਇਸ ਸਮੇਂ ਹੋਈ ਹੈ ਕਿ ਖਾਸ ਕਰਕੇ 91 ਤੋਂ ਬਾਅਦ ਸਰਕਾਰ ਨੇ ਖੇਤੀ ਦੀ ਪ੍ਰੋਗਰੈਸ ਵੱਲ ਘੱਟ ਧਿਆਨ ਦੇਣਾ ਸ਼ੁਰੂ ਕਰਤਾ। ਜਿਹੜੀ ਇਨਵੈਸਟਮੈਂਟ ਹੈ, ਜਿਹੜੀ ਖੇਤੀ ਦੇ ਵਿੱਚ ਇਨਵੈਸਟਮੈਂਟ ਹੈ, ਜੇ ਖੇਤੀ ਦੀ ਇਨਕਮ ਦੇ ਪ੍ਰਪੋਰਸ਼ਨ ਨਾਲ ਵੀ ਕਹੀਏ ਤੇ 17-18% ਟੋਟਲ ਇਨਵੈਸਟਮੈਂਟ ਦਾ ਇੱਧਰ ਆਉਣਾ ਚਾਹੀਦਾ। ਲੇਕਿਨ ਮੌਜੂਦਾ ਜਿਹੜੀ ਸਰਕਾਰ ਹੈ, ਸਰਕਾਰਾਂ ਨੇ, ਸੂਬਾ ਸਰਕਾਰਾਂ ਤੇ ਕੇਂਦਰ ਸਰਕਾਰ ਮਿਲਾ ਕੇ ਇਹ ਮਸਾਂ 7-8% ਜਿਹੜਾ ਖੇਤੀ ਦੇ ਉੱਤੇ ਖਰਚ ਕਰਦੇ ਨੇ। ਸੋ ਇਸ ਕਰਕੇ ਖੇਤੀ ਦੇ ਜਿਹੜੀ ਮਾਡਰਨਾਈਜੇਸ਼ਨ ਕਰਨੀ ਆ, ਇਰੀਗੇਸ਼ਨ ਫੈਸਿਲਿਟੀ ਜਨਰੇਟ ਕਰਨੀਆਂ ਨੇ, R&D ਤੇ ਖਰਚ ਕਰਕੇ ਨਵੀਆਂ ਫਸਲਾਂ ਦਾ ਇਨਵੈਂਸ਼ਨ ਕਰਨੀ ਆ, ਉਹਦੇ ਤੇ ਖਰਚਾ ਘਟਾਈ ਗਏ ਨੇ। ਦੂਸਰੇ ਪਾਸੇ ਜਿਹੜੀਆਂ ਖੇਤੀ ਵਿੱਚ ਵਸਤਾਂ ਵਰਤੀਆਂ ਜਾਂਦੀਆਂ ਨੇ, ਇਨਪੁਟਸ ਨੇ, ਜਿਵੇਂ ਟਰੈਕਟਰ ਹੈ, ਕੰਬਾਈਨਸ ਹੈ, ਖਾਦਾਂ ਨੇ, ਕੀੜੇਮਾਰ ਦਵਾਈਆਂ ਨੇ, ਉਹਨਾਂ ਦੀਆਂ ਪ੍ਰਾਈਸ ਫ੍ਰੀ ਕਰਤੀਆਂ ਨੇ। ਪੈਟਰੋਲ ਹੈ, ਡੀਜ਼ਲ ਹੈ, ਡੀਜ਼ਲ ਦੀ ਪ੍ਰਾਈਸ ਪਿਛਲੇ ਸਾਲ ਦੇ ਵਿੱਚ ਹੀ ਡਬਲ ਹੋ ਗਈ ਹੈ। ਸੋ ਇਸ ਕਰਕੇ ਜਿਹੜਾ ਕਿਸਾਨ ਖਰੀਦਦਾ ਮਾਲ ਮੰਡੀ ਚੋਂ ਉਹਦੀ ਕੀਮਤ ਤੇ ਵੱਧ ਗਈ, ਜਿਹੜਾ ਕਿਸਾਨ ਵੇਚਦਾ ਮੰਡੀ 'ਚ ਮਾਲ ਉਹਦੀ MSP ਉਸ ਪ੍ਰਪੋਰਸ਼ਨ ਨਾਲ ਨਹੀਂ ਵੱਧਦੀ। ਸੋ ਇਸ ਕਰਕੇ ਪ੍ਰਾਈਸ ਮੈਕੈਨਿਜ਼ਮ ਦੇ ਜਿਹੜੇ ਪ੍ਰੋਸੈਸਿਸ ਨੇ ਉਹਦੇ ਨਾਲ ਖੇਤੀਬਾੜੀ ਦੇ ਵਿੱਚ ਜਿਹੜੇ ਲੱਗੇ ਲੋਕ ਨੇ ਉਹਨਾਂ ਦੇ ਜੇਬਾਂ 'ਚੋਂ ਆਮਦਨ ਨਿਕਲ ਕੇ ਕਾਰਪੋਰੇਟ ਘਰਾਣਿਆਂ ਦੀ ਜੇਬਾਂ 'ਚ ਆਮਦਨ ਜਾਣ ਲੱਗ ਗਈ। ਸੋ ਇਸ ਕਰਕੇ ਇਸ ਵੇਲੇ 40-45% ਜਿਹੜੀ ਡਾਇਰੈਕਟਲੀ ਪਾਪੂਲੇਸ਼ਨ ਐਗਰੀਕਲਚਰ ਤੇ ਡਿਪੈਂਡ ਕਰਦੀ ਆ, ਉਹਦਾ ਕੌਮੀ ਆਮਦਨ ਵਿੱਚ 17-18% ਸ਼ੇਅਰ ਹੈ। ਇਹਦਾ ਮਤਲਬ ਹੈ ਜੇ ਤੁਸੀਂ ਖੇਤੀਬਾੜੀ 'ਚ ਲੱਗੇ ਜੇ, ਔਨ ਦਾ ਐਵਰੇਜ ਤੁਹਾਡੀ ਜਿਹੜੀ ਆਮਦਨ ਹੈ ਨੈਸ਼ਨਲ ਐਵਰੇਜ ਦੇ ਨਾਲ ਉਹ 1/3 1/4 ਹੋ ਜਾਂਦੀ ਹੈ। ਸੋ ਯੂ ਆਰ ਪੂਅਰ। ਔਰ ਜੇ ਕਿਸਾਨ ਨੂੰ ਤੁਸੀਂ ਉਹਦੀ ਆਮਦਨ ਪੂਰੀ ਨਹੀਂ ਹੁੰਦੀ ਤਾਂ ਖੇਤ ਮਜ਼ਦੂਰ ਨੂੰ ਮਜ਼ਦੂਰੀ ਘੱਟ ਦਿੰਦਾ ਹੈਗਾ, ਤਾਂ ਖੇਤ ਮਜ਼ਦੂਰ ਵੀ ਜਿਹੜਾ ਹੈ ਉਹ ਸਫਰ ਕਰਦਾ। ਤੇ ਪਿਛਲੇ ਸਮੇਂ ਦੇ ਵਿੱਚ ਟਰੈਕਟਰਾਈਜੇਸ਼ਨ ਦੇ ਨਾਲ ਤੇ ਮੈਕਨਾਈਜੇਸ਼ਨ ਦੇ ਨਾਲ ਖੇਤੀਬਾੜੀ 'ਚ ਕਾਫੀ ਕੰਮ ਘਟ ਗਿਆ ਹੈਗਾ। ਇਹ 10 ਸਾਲ ਪਹਿਲਾਂ 55% ਲੋਕ ਖੇਤੀ ਤੇ ਨਿਰਭਰ ਕਰਦੇ ਸੀ, ਹੁਣ 44-45% ਰਹਿ ਗਏ ਨੇ ਤਾਜ਼ਾ ਅੰਕੜਿਆਂ ਦੇ ਮੁਤਾਬਕ। ਤੇ ਉਹ ਜਿਹੜੇ ਖੇਤ ਮਜ਼ਦੂਰ ਨੇ ਉਹਨਾਂ ਨੂੰ ਕੰਮ ਵੀ ਨਹੀਂ ਮਿਲ ਰਿਹਾ। ਇਸ ਕਰਕੇ 2004-05 ਦੇ ਵਿੱਚ ਸਰਕਾਰ ਨੇ ਇੱਕ ਮਨਰੇਗਾ ਨਾਂ ਦੀ ਸਕੀਮ ਚਲਾਈ ਸੀ ਕਿ ਪਿੰਡਾਂ ਦੇ ਵਿੱਚ 100 ਦਿਨ ਦਾ ਘੱਟੋ ਘੱਟ ਰੁਜ਼ਗਾਰ ਜਿਹੜਾ ਇਹਨਾਂ ਲੋਕਾਂ ਨੂੰ ਮੁਹੱਈਆ ਕਰਾਇਆ ਜਾਵੇ। ਪਰ ਉਹ ਬਹੁਤ ਸਾਰੇ ਸੂਬਿਆਂ ਦੇ ਵਿੱਚ 30 ਦਿਨ 35 ਦਿਨ ਦਾ ਰੁਜ਼ਗਾਰ ਹੀ ਦਿੱਤਾ ਜਾਂਦਾ ਹੈ। ਪੰਜਾਬ ਵਿੱਚ ਤਾਂ ਉਹ ਵੀ 28 ਦਿਨ ਦਾ ਰੁਜ਼ਗਾਰ ਹੈਗਾ। ਮਨਰੇਗਾ ਮੈਂ ਦਰਸ਼ਕਾਂ ਨੂੰ ਦੱਸਦਾ ਕਿ ਉਹ ਮਹਾਤਮਾ ਗਾਂਧੀ ਨੈਸ਼ਨਲ ਰੋਜ਼ਗਾਰ ਯੋਜਨਾ ਐਕਟ ਸੀਗਾ ਤੇ ਉਹ ਕਾਫੀ ਸਟੇਟਾਂ 'ਚ ਕਾਮਯਾਬ ਵੀ ਰਿਹਾ ਤੇ ਕੁਝ ਮਜ਼ਦੂਰਾਂ ਨੇ, ਕੁਝ ਕਿਸਾਨਾਂ ਨੇ ਕੁਝ ਫਾਇਦਾ ਵੀ ਚੱਕਿਆ ਹੋਊਗਾ ਉਹਦੇ ਵਿੱਚ ਜਾ ਕੇ ਦਿਹਾੜੀ ਲਾ ਕੇ। ਗਿੱਲ ਸਾਹਿਬ ਤੁਸੀਂ ਐਲੈਬੋਰੇਸ਼ਨ ਬਹੁਤ ਵਧੀਆ ਦਿੱਤੀ ਗੱਲਾਂ ਦੀ, ਪਰ ਇਹਦੇ ਵਿੱਚ ਕੁਐਸਚਨ ਖੜਾ ਹੋ ਜਾਂਦਾ ਕਿ ਜਿਵੇਂ ਪਾਕਿਸਤਾਨ 'ਚ ਹਲੇ ਵੀ ਜ਼ਿਮੀਂਦਾਰਾ ਸਿਸਟਮ ਹੈ, ਉਹ ਹੋਲਡ ਕਰਦੇ ਸੂਬਾ ਸਰਕਾਰਾਂ ਦੇ ਵਿੱਚ ਵੀ ਵੱਡਾ ਚੰਦਾ ਦੇ ਕੇ ਜਾਂ ਕਿੱਦਾਂ। ਆਪਣੇ ਵੱਲ ਹੋ ਸਕਦਾ ਤੁਸੀਂ ਆਪਦੀ ਜ਼ਿੰਦਗੀ ਦੇ ਜ਼ਿਆਦਾ ਸਾਲ ਦੇਖੇ ਆ, ਪਰਮਾਤਮਾ ਤੁਹਾਨੂੰ ਲੰਬੀ ਉਮਰ ਦੇਵੇ, 40-50 ਸਾਲ ਪਹਿਲਾਂ ਸ਼ਾਇਦ ਵੱਡੇ ਜ਼ਿਮੀਂਦਾਰ ਹੋਣਗੇ ਜਿਹੜੇ ਕਿ ਆਪ MLA ਬਣਦੇ ਹੋਣਗੇ ਜਾਂ ਫਿਰ MLA ਬਣਾਉਂਦੇ ਹੋਣਗੇ ਆਪਦੇ ਕੋਲੋਂ ਪੈਸਾ ਖਰਚ ਕੇ, ਤੋਂ ਆਪਦੇ ਹਿਸਾਬ ਨਾਲ ਹਰ ਚੀਜ਼ ਪਾਰਿਤ ਕਰਾਉਂਦੇ ਹੋਣਗੇ। ਪਰ ਪਿਛਲੇ 30-40 ਸਾਲਾਂ ਤੋਂ ਬਾਅਦ ਜੋ ਮੈਂ ਆਪਦੀ ਜ਼ਿੰਦਗੀ ਦੇਖਿਆ, ਪਰਿਵਾਰ ਵੱਡੇ ਹੁੰਦੇ ਗਏ, ਜ਼ਮੀਨਾਂ ਵੰਡ ਹੁੰਦੀਆਂ ਗਈਆਂ। ਟੱਚਵੁੱਡ ਪੰਜਾਬ ਤੇ ਕੁਝ ਪਾਰਟ ਰਾਜਸਥਾਨ ਜਾਂ ਹਰਿਆਣਾ ਬਾਹਰ ਨਿਕਲਣਾ ਸ਼ੁਰੂ ਹੋ ਗਿਆ। ਜੇ ਆਪਾਂ ਦੁਆਬੇ ਵੱਲ ਨਿਗਾਹ ਮਾਰੀਏ ਤਾਂ 100 ਸਾਲ ਤੋਂ ਉੱਪਰ ਪ੍ਰਵਾਸ ਕਰਦਿਆਂ ਨੂੰ ਉਸ ਏਰੀਏ ਨੂੰ ਹੋ ਗਿਆ 100-150 ਸਾਲ। ਕੁਐਸਚਨ ਇਹ ਖੜਾ ਹੁੰਦਾ ਹੈ ਜੀ, ਜਦੋਂ ਦੇਖਿਆ ਘਰ ਦੀ ਹਾਲਾਤ ਵਿਗੜ ਰਹੀ ਹੈ, ਆਪਾਂ ਛੋਟੀ ਜ਼ਮੀਨਾਂ ਵਾਲੇ ਬਣ ਰਹੇ ਹਾਂ, ਮਹਿੰਗਾਈ ਵੱਧ ਰਹੀ ਹੈ, ਉਦੋਂ ਹਰ 5 ਸਾਲਾਂ ਬਾਅਦ ਹਰੇਕ ਪਾਰਟੀ ਬੂਹੇ 'ਤੇ ਆਉਂਦੀ ਰਹੀ ਹੈ ਵੋਟਾਂ ਲੈਣ। ਉਦੋਂ ਲੋਕਾਂ ਨੇ ਸਟੈਂਡ ਕਿਉਂ ਨਹੀਂ ਲਿਆ ਕਿ
ਹਾਲਾਤ ਸਾਡੇ ਬਦਤਰ ਹੋ ਰਹੇ ਨੇ, ਸਾਨੂੰ ਗਿਣੀ ਮਿੱਥੀ ਪ੍ਰਾਈਸ ਦਿੱਤੀ ਜਾਵੇ, ਸਾਨੂੰ ਆਹ ਕੁਝ ਦਿੱਤਾ ਜਾਵੇ ਜੋ ਤੁਸੀਂ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਦਿੰਦੇ ਹੋ। ਇਹ ਲੋਕਾਂ ਨੇ ਸਟੈਂਡ ਕਿਉਂ ਨਹੀਂ ਲਿਆ ਜੀ? ਦੇਖੋ, ਗੱਲ ਇਹ ਹੈ ਕਿ ਜੇ ਤੁਸੀਂ ਪੇਂਡੂ ਖੇਤਰ ਨੂੰ ਦੇਖੋ ਨਾ, ਜਿਹਦੇ 'ਤੇ ਬਹੁਤ ਨੁਕਸਾਨ ਹੋਇਆ, ਜਾਂ ਜਿਹੜੇ ਮਜ਼ਦੂਰ ਗੈਰ ਸੰਗਠਨ ਖੇਤਰ ਵਿੱਚ ਕੰਮ ਕਰਦੇ ਨੇ, ਛੋਟੀਆਂ ਵਰਕਸ਼ਾਪਾਂ ਨੇ ਜਿੱਥੇ ਉਹਨਾਂ ਦੀ ਦਿਹਾੜੀ ਰੈਗੂਲੇਟ ਨਹੀਂ ਹੁੰਦੀ, ਇਹਨਾਂ ਥਾਵਾਂ ਦੇ ਉੱਤੇ ਮਜ਼ਦੂਰ ਜਿਹੜੇ ਨੇ ਇੰਡਸਟਰੀ ਵਿੱਚ ਤਾਂ ਸੰਗਠਨ ਉਹਨਾਂ ਦੇ ਕਮਜ਼ੋਰ ਨੇ, ਇਸ ਕਰਕੇ ਉਹ ਆਵਾਜ਼ ਨਹੀਂ ਉਠਾ ਸਕੇ। ਲੇਕਿਨ ਜਿਹੜੇ ਖੇਤੀ ਸੈਕਟਰ ਹੈ ਉਹਦੇ 'ਚ 2010-11 ਤੋਂ ਆਨਵਰਡ ਬਹੁਤ ਵੱਡੇ ਪੱਧਰ ਤੇ ਕਿਸਾਨੀ ਲਾਮਬੰਦੀ ਕਰ ਰਹੀ ਹੈ। 2011 ਦੇ ਵਿੱਚ ਕਾਫੀ ਇਹਨਾਂ ਨੇ ਦਿੱਲੀ ਲਿਆ ਕੇ ਧਰਨੇ ਲਾਏ ਸੀਗੇ। 17 ਦੇ ਵਿੱਚ ਕੋਈ 2 ਲੱਖ ਦੇ ਕਰੀਬ ਜਿਹੜੇ ਫਾਰਮਰ ਨੇ ਉਹਨਾਂ ਨੇ ਬੰਬੇ ਵੱਲ ਮਾਰਚ ਕੀਤਾ ਸੀਗਾ। ਫਿਰ ਹੁਣ ਪਿਛਲੇ 2021 ਦੇ ਜਿਹੜਾ ਸਾਲ ਨਿਕਲੇ ਨੇ, ਇਹ 'ਚ ਬੜੀ ਵੱਡੀ ਕਿਸਾਨ ਮੂਵਮੈਂਟ ਹੋਈ ਹੈ। ਉਸ ਕਿਸਾਨ ਮੂਵਮੈਂਟ ਨੇ ਕਿਹਾ ਕਿ ਸਾਨੂੰ ਜਿਹੜੀ ਆ MSP ਜਿਹੜੀ ਆ ਇਹਨੂੰ ਤੁਸੀਂ ਲੀਗਲ ਕਰੋ, ਔਰ ਇਹਦੀ ਜਿਹੜੀ ਫਾਰਮੂਲਾ ਹੈ ਫਿਕਸ ਕਰਨ ਦਾ ਉਹਨੂੰ ਠੀਕ ਕਰੋ, ਕਿਉਂਕਿ ਇਸ ਵੇਲੇ ਜਿਹੜੀ ਫਾਰਮੂਲਾ ਫਿਕਸ ਕਰਨ ਦਾ ਹੈਗਾ ਉਹ ਸਵਾਮੀਨਾਥਨ ਕਮਿਸ਼ਨ ਦੇ ਮੁਤਾਬਕ ਨਹੀਂ ਹੈ ਕਿ ਕਾਸਟ ਪਲੱਸ 50% ਉਹਦੇ ਤੇ ਵਾਧੂ ਦਿੱਤਾ ਜਾਵੇ। ਇਹਦੀ ਲਾਜਿਕ ਇਹ ਆ ਕਿ ਖੇਤੀ ਜਿਹੜੀ ਹੈ ਉਹਦੇ ਤੇ ਇਨਫਲੂਐਂਸ ਵੈਦਰ ਦਾ ਬਹੁਤ ਹੁੰਦਾ ਹੈ, ਫਸਲ ਮਾਰੀ ਜਾਂਦੀ ਹੈ, ਕਦੀ ਹੜ੍ਹ ਆ ਜਾਂਦੇ ਨੇ, ਕਦੀ ਸੋਕਾ ਪੈ ਜਾਂਦਾ ਹੈਗਾ। ਤੇ ਇਸ ਕਰਕੇ ਉਹਨੇ 50% ਕਾਸਟ ਦੇ ਉੱਤੇ ਰੱਖਿਆ ਸੀਗਾ ਮੁਨਾਫਾ ਇਹਨਾਂ ਵਾਸਤੇ, ਤਾਂ ਕਿ ਕਿਸਾਨ ਜਿਹੜੇ ਨੇ ਉਹਨਾਂ ਦੀ ਆਮਦਨ ਵੱਧ ਸਕੇ। ਲੇਕਿਨ ਸਰਕਾਰ ਨੇ 3 ਕਾਨੂੰਨ ਤਾਂ ਵਾਪਸ ਲੈ ਲਏ। ਜਿਹੜਾ ਪ੍ਰੋਮਿਸ ਕੀਤਾ ਸੀਗਾ ਕਿ ਤੁਹਾਡੇ ਮਿਨੀਮਮ ਸਪੋਰਟ ਪ੍ਰਾਈਸ ਵਾਸਤੇ ਇੱਕ ਕਮੇਟੀ ਬਣਾਵਾਂਗੇ, ਉਹ ਅਨਾਉਂਸ ਹੀ ਨਹੀਂ ਕੀਤੀ ਅਜੇ ਤਾਈਂ। ਤੇ ਉਹ ਕਿਸਾਨਾਂ ਦਾ ਜਿਹੜਾ ਪ੍ਰੈਸ਼ਰ ਹੈ ਉਹ ਉਸ ਤਰ੍ਹਾਂ ਬਿਲਡ ਨਹੀਂ ਹੋਇਆ। ਜੇ ਤਾਂ BJP ਹਾਰ ਜਾਂਦੀ ਯੂਪੀ ਦੀ ਇਲੈਕਸ਼ਨ ਤਾਂ ਸ਼ਾਇਦ ਜਲਦੀ ਕਰ ਦਿੰਦੇ। ਉਹਨਾਂ ਨੂੰ ਲੱਗਦਾ ਕਿ ਅਸੀਂ ਕਿਸਾਨਾਂ ਤੋਂ ਬਗੈਰ ਵੀ ਇਲੈਕਸ਼ਨ ਜਿੱਤ ਸਕਦੇ ਹਾਂ, ਤਾਂ ਉਹਨਾਂ ਨੇ ਡਿਵਾਈਡ ਕਰਕੇ ਕਮਿਊਨਿਟੀਜ਼ ਨੂੰ ਹਿੰਦੂ ਮੁਸਲਿਮ ਦਾ ਚੱਕਰ ਪਾ ਕੇ ਤੇ ਇਲੈਕਸ਼ਨ ਜਿੱਤ ਲਈ ਹੈ। ਤੇ ਇਸ ਕਰਕੇ ਹੁਣ ਵੀ ਕਿਸਾਨਾਂ ਦੀ ਇੰਨੀ ਵੱਡੀ ਲਾਮਬੰਦੀ ਦੇ ਬਾਵਜੂਦ ਮਿਨੀਮਮ ਸਪੋਰਟ ਪ੍ਰਾਈਸ ਨੂੰ ਲੀਗਲ ਰੁਤਬਾ ਦੇਣ ਵਾਸਤੇ ਆਨਾਕਾਨੀ ਕਰ ਰਹੇ ਨੇ। ਤੇ ਇਸ ਕਰਕੇ ਜਿਹੜਾ ਸਾਰਾ ਪਾਲਿਸੀ ਦਾ ਥਰਸਟ ਹੈ ਉਹ ਐਂਟੀ ਰੂਰਲ ਹੈ, ਐਂਟੀ ਪੂਅਰ ਹੈ ਔਰ ਪ੍ਰੋ ਰਿਚ ਹੈ। ਤਾਂ ਇਹ ਸਾਡੇ ਕਨਸਟੀਟਿਊਸ਼ਨ ਦੇ ਵੀ ਖਿਲਾਫ ਹੈ। ਸਾਡਾ ਕਨਸਟੀਟਿਊਸ਼ਨ ਕਹਿੰਦਾ ਕਿ ਆਰਥਿਕ ਵਿਕਾਸ ਇਸ ਤਰ੍ਹਾਂ ਹੋਣਾ ਚਾਹੀਦਾ ਕਿ ਉਹਦਾ ਫਾਇਦਾ ਆਮ ਸ਼ਹਿਰੀਆਂ ਨੂੰ ਹੋਵੇ, ਔਰ ਜਿਹੜੀ ਇਕਨੋਮਿਕ ਸ਼ਕਤੀ ਉਹਦੀ ਇਕੱਤਰਤਾ ਥੋੜੇ ਹੱਥਾਂ ਵਿੱਚ ਨਾ ਜਾਵੇ। ਸੋ ਇਹ ਜਿਹੜੀ ਸੋਚੀ ਸਮਝੀ ਆਪਾਂ ਝਾਤ ਮਾਰੀਏ, ਆਪਾਂ ਖੇਤੀਬਾੜੀ ਛੱਡ ਕੇ ਦੇਖ ਲਈਏ, ਛੋਟਾ ਦੁਕਾਨਦਾਰ ਤੁਸੀਂ ਦੇਖਿਆ ਹੋਣਾ, ਛੋਟੇ ਫੈਕਟਰੀਆਂ ਵਾਲੇ ਤੁਸੀਂ ਦੇਖੇ ਹੋਣੇ ਆ, ਹਾਲਾਤ ਉਹਨਾਂ ਦੇ ਵੀ ਕੋਈ ਜ਼ਿਆਦਾ ਵਧੀਆ ਨਹੀਂ ਹੈ, ਉਹ ਵੀ ਕਰਜ਼ ਦੇ ਥੱਲੇ ਹੈ। ਇਹਦਾ ਮਤਲਬ ਕਿਤੇ ਨਾ ਕਿਤੇ ਮਾਰ ਤਾਂ ਉਹਨਾਂ ਨੂੰ ਵੀ ਪੈ ਰਹੀ ਹੈ। ਨਹੀਂ, ਜਿਹੜਾ ਮਾਲ ਕਲਚਰ ਆਇਆ ਜਾਂ ਆਨਲਾਈਨ ਸ਼ਾਪਿੰਗ ਜਿਹੜੀ ਸ਼ੁਰੂ ਹੋਈ ਹੈ, ਉਹਦੇ ਨਾਲ ਜਿਹੜਾ ਛੋਟਾ ਦੁਕਾਨ ਆ ਉਹ ਤੇ ਮਾਰਿਆ ਗਿਆ ਹੈਗਾ। ਜਿਹੜੀ ਆਨਲਾਈਨ ਸ਼ਾਪਿੰਗ ਦੇ ਨਾਲ ਔਰ ਵੱਡੀਆਂ ਮਾਲਸ ਖੋਲਣ ਦੇ ਨਾਲ ਸਾਰੇ ਹਿੰਦੁਸਤਾਨ 'ਚ ਖੁੱਲੀਆਂ ਨੇ, ਤੇ ਉਹਦੇ ਕਰਕੇ ਜਿਹੜਾ ਛੋਟਾ ਦੁਕਾਨਦਾਰ ਹੈ ਉਹਦੀ ਪੋਜੀਸ਼ਨ ਵੀ ਬਹੁਤ ਖਰਾਬ ਹੋਈ ਹੈ। ਔਰ ਖਾਸ ਕਰਕੇ ਜਿਹੜਾ ਕਰੋਨਾ ਦਾ ਪੀਰੀਅਡ ਹੈ, ਇਹਦੇ ਵਿੱਚ ਉਹਨਾਂ ਦੀ ਦੁਕਾਨਾਂ ਬੰਦ ਰਹੀਆਂ ਤੇ ਉਹਨਾਂ ਨੂੰ ਮਿਲਿਆ ਵੀ ਕੁਝ ਨਹੀਂ ਹੈ। ਜਿਹੜਾ ਸਬਸਿਡੀਜ਼ ਵਗੈਰਾ ਮਿਲੀਆਂ ਨੇ ਉਹ ਵੱਡੀਆਂ ਕੰਪਨੀਆਂ ਲੈ ਗਈਆਂ ਨੇ, ਇਹਨਾਂ ਨੂੰ ਤਾਂ ਨਾ ਰਾਸ਼ਨ ਵੀ ਨਹੀਂ ਮਿਲਿਆ। ਰਾਸ਼ਨ ਕੁਝ ਮਜ਼ਦੂਰਾਂ ਨੂੰ ਜ਼ਰੂਰ ਮਿਲਿਆ 6-6 ਮਹੀਨੇ ਵਾਸਤੇ, ਲੇਕਿਨ ਜਿਹੜੇ ਛੋਟਾ ਦੁਕਾਨਦਾਰ ਹੈ ਜਾਂ ਛੋਟੀ ਇੰਡਸਟਰੀ ਹੈ, ਜਿਹੜੀਆਂ ਵਰਕਸ਼ਾਪਾਂ ਨੇ, ਉਹਨਾਂ ਨੂੰ ਇਸ ਪੀਰੀਅਡ 'ਚ ਵੀ ਕੁਝ ਨਾ ਮਿਲਣ ਕਰਕੇ ਉਹ ਹੋਰ ਜਿਹੜੇ ਨੇ ਉਹਨਾਂ ਦੀ ਹਾਲਤ ਖਰਾਬ ਹੋ ਗਈ ਹੈ। ਔਰ ਬਹੁਤ ਸਾਰੇ ਜਿਹੜੇ ਛੋਟੇ ਦੁਕਾਨਦਾਰ ਨੇ ਜਾਂ ਛੋਟੀ ਇੰਡਸਟਰੀ ਹੈ ਉਹ ਗੈਰ ਰਜਿਸਟਰਡ ਹੈ, ਰਜਿਸਟਰਡ ਨਹੀਂ ਹੈ। ਇਸ ਕਰਕੇ ਸਰਕਾਰ ਨੇ ਜਿਹੜੀ ਸਕੀਮ ਵੀ ਬਣਾਈ ਹੈ ਉਹ ਸਿਰਫ ਰਜਿਸਟਰਡ ਫੈਕਟਰੀਆਂ ਨੂੰ ਮਿਲਦਾ ਹੈ ਬੈਨੀਫਿਟ, ਉਹਦਾ ਬੈਂਕਾਂ ਤੋਂ ਸਸਤੇ ਕਰਜ਼ੇ ਜਾਂ ਕੋਈ ਸਬਸਿਡੀ ਜਿਹੜੀ ਹੈ। ਤਾਂ ਇਹ ਇੱਕ ਨਵੀਂ ਸਕੀਮ ਬਣਾ ਕੇ ਇਸ ਛੋਟੇ ਜਿਹੜੇ ਦਸਤਕਾਰ ਨੇ, ਛੋਟੀ ਇੰਡਸਟਰੀ ਹੈ, ਛੋਟਾ ਦੁਕਾਨਦਾਰ ਹੈ, ਉਹਨਾਂ ਦੀਆਂ ਐਸੋਸੀਏਸ਼ਨਾਂ ਨਾਲ ਗੱਲ ਕਰਕੇ ਉਹਨਾਂ ਨੂੰ ਕੋਈ ਮਦਦ ਕਰਨੀ ਚਾਹੀਦੀ ਹੈ, ਤਾਂ ਕਿ ਉਹ ਅਸਲ 'ਚ ਰੁਜ਼ਗਾਰ ਵੀ ਉਹੀ ਪੈਦਾ ਕਰ ਰਹੇ ਨੇ। ਜ਼ਿਆਦਾ ਲੋਕ ਉੱਥੇ ਕੰਮ ਕਰਦੇ ਨੇ, ਜਿਹੜੀਆਂ ਵੱਡੀਆਂ ਫੈਕਟਰੀਜ਼ ਨੇ ਉਹਦੇ 'ਚ ਤਾਂ ਬਹੁਤ ਥੋੜੇ ਕੰਮ ਲੋਕ ਕਰਦੇ ਨੇ। ਤੇ ਇਸ ਕਰਕੇ ਜੇ ਰੁਜ਼ਗਾਰ ਵਧਾਉਣਾ ਹੈ ਤੇ ਇਨਕਮ ਦੀ ਡਿਸਟ੍ਰੀਬਿਊਸ਼ਨ ਦਾ ਪਾੜਾ ਘਟਾਉਣਾ ਹੈ, ਤਾਂ ਇਹਨਾਂ ਲੋਕਾਂ ਨੂੰ, ਕਿਸਾਨੀ ਨੂੰ ਮਦਦ ਕਰਨੀ ਪਏਗੀ।
ਗਿੱਲ ਸਾਹਿਬ ਤੁਸੀਂ ਗੱਲ ਬਹੁਤ ਸੋਹਣੀ ਦੱਸੀ ਜਿਹੜੀ ਕਿ ਇਹਨਾਂ ਲੋਕਾਂ ਨੂੰ ਰਜਿਸਟਰ ਕਰਾ ਕੇ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ, ਪਰ ਅਗੇਨ ਆਪਾਂ ਰੁਕਣਾ ਪਰ ਇੱਕ ਛੋਟੀ ਜਿਹੀ ਬ੍ਰੇਕ ਲਈ। ਕੁਐਸਚਨ ਮੇਰਾ ਫਿਰ ਉੱਥੇ ਆ ਜਾਂਦਾ ਸਰਕਾਰਾਂ 'ਤੇ, ਚਾਹੇ ਆਪਾਂ MP ਚੁਣ ਕੇ ਭੇਜੀਏ ਚਾਹੇ MLA ਚੁਣ ਕੇ ਭੇਜੀਏ, ਕਿਤੇ ਨਾ ਕਿਤੇ ਕਮੀ ਇਸ ਸਾਈਡ ਵੀ ਰਹੀ ਹੋਊਗੀ। ਜਦੋਂ ਆਪਾਂ ਪਿੰਡ 'ਚ ਜਾਂ ਸ਼ਹਿਰ 'ਚ ਧੜੇਬੰਦੀ ਬਣਾ ਕੇ ਆਪਾਂ ਗੱਲ ਕਰ ਲੈਂਦੇ ਕਿ ਅਸੀਂ ਸੁੱਚਾ ਸਿੰਘ ਗਿੱਲ ਦੀ ਹੀ ਮਦਦ ਕਰਨੀ ਹੈ, ਅਸੀਂ ਗੁਰਲਾਲ ਦੀ ਹੀ ਮਦਦ ਕਰਨੀ ਹੈ, ਉਦੋਂ ਆਪਦੇ ਮੁੱਦੇ ਆਪਾਂ ਭੁੱਲ ਜਾਂਦੇ, ਸਿਰਫ ਪਾਰਟੀਬਾਜ਼ੀ ਚਲੇ ਜਾਂਦੇ। ਕਿਤੇ ਨਾ ਕਿਤੇ ਕਸੂਰ ਆਪਣੇ ਵਾਲੀ ਸਾਈਡ ਮਤਲਬ ਕਿ ਕਿਸਾਨ ਮਜ਼ਦੂਰ ਵਾਲੀ ਸਾਈਡ ਵੀ ਰਿਹਾ ਹੋਊਗਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜਿਹੜੇ ਇਨਸੈਂਟਿਵ ਲਈ ਕਿਹਾ ਜਾਂਦਾ ਹੈ ਸੈਂਟਰਲ ਗੌਰਮੈਂਟ ਵੱਲੋਂ ਕਿ ਅਸੀਂ ਕਾਰਪੋਰੇਟ ਘਰਾਣਿਆਂ ਨੂੰ ਇੰਨਾ ਕੁਝ ਦੇ ਦਾਂਗੇ ਅਤੇ ਉਹਦੇ ਬਦਲੇ ਇੰਡਸਟਰੀ ਲਾਉਣਗੇ ਅਤੇ ਇੰਨੀਆਂ ਨੌਕਰੀਆਂ ਪੈਦਾ ਹੋ ਜਾਣਗੀਆਂ। ਜੇ ਨੌਕਰੀਆਂ ਇੰਨੀਆਂ ਹੋਣਗੀਆਂ ਤਾਂ ਲੋਕ ਚੰਗੀ ਰੋਟੀ ਖਾ ਸਕਣਗੇ, ਪਰ ਉਹ ਹਾਲੇ ਤਾਈਂ 70-72 ਸਾਲਾਂ ਦੇ ਵਿੱਚ ਪੂਰਾ ਪ੍ਰੋਗਰੈਸਿਵ ਵੇ ਨਾਲ ਦੇਖਿਆ ਨਹੀਂ ਗਿਆ। ਅਗੇਨ ਆਪਾਂ ਗੱਲਬਾਤ ਜਾਰੀ ਰੱਖਾਂਗੇ। ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਮਾਨਯੋਗ ਸੁੱਚਾ ਸਿੰਘ ਗਿੱਲ, ਬੜਾ ਸੋਹਣਾ ਐਲੈਬੋਰੇਸ਼ਨ ਦੇ ਰਿਹਾ ਇਸ ਫਾਈਨੈਂਸ਼ੀਅਲ ਗੈਪ ਦੇ ਉੱਤੇ। ਆਪਾਂ ਰੁਕਣਾ ਪਰ ਇੱਕ ਛੋਟੀ ਜਿਹੀ ਬ੍ਰੇਕ ਲਈ ਇੱਦਾਂ ਬਣੇ ਰਹੋ ਜਸ ਪੰਜਾਬੀ 'ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫਿਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਸਾਡੇ ਨਾਲ ਬਣੇ ਹੋਏ ਨੇ ਇਕਨੋਮਿਕ ਮਾਨਯੋਗ ਸੁੱਚਾ ਸਿੰਘ ਗਿੱਲ। ਗਿੱਲ ਸਾਹਿਬ ਸਵਾਗਤ ਆਫਟਰ ਬ੍ਰੇਕ। ਕੁਐਸਚਨ ਉੱਥੇ ਦਾ ਉੱਥੇ ਫਿਰ ਮੈਂ ਤੁਹਾਨੂੰ ਪੁੱਛੂੰਗਾ ਕਿ ਲੰਮਾ ਸਮਾਂ ਤੁਸੀਂ ਇਲੈਕਸ਼ਨਸ ਦੇਖੇ ਹੋਣਗੇ, ਆਪਾਂ ਬਾਕੀ ਸਟੂਡੈਂਟ ਛੱਡੇ ਪੰਜਾਬ 'ਚ ਚੱਲ ਜਾਈਏ। ਗੱਲ ਛੋਟੇ ਦੁਕਾਨਦਾਰ ਜਾਂ ਫੈਕਟਰੀ ਵਾਲੇ ਦੀ ਵੀ ਕਰ ਲੈਂਦੇ ਹਾਂ, ਗੱਲ ਜ਼ਿਮੀਂਦਾਰਾਂ ਦੀ ਅਤੇ ਮਜ਼ਦੂਰਾਂ ਦੀ ਵੀ ਕਰ ਲੈਂਦੇ ਹਾਂ। ਹਰ 5 ਸਾਲਾਂ ਬਾਅਦ ਦਸਤਖਤ ਤੁਹਾਡੇ ਜਿਹੜੇ ਆ ਦਸਤਖਤ ਦਿੰਦੇ, ਤੁਹਾਡੇ ਜਿਹੜੀ ਦਸਤਕ ਵੱਜਦੀ ਹੈ ਰਾਜਨੇਤਾਵਾਂ ਵੱਲੋਂ, ਉਤੋਂ ਕਦੇ ਨਾ ਕਿਤੇ ਕਮੀ ਆਪਣੀ ਵੀ ਰਹੀ ਹੋਊਗੀ। ਜਿੱਦਾਂ ਕਿ ਹੁਣ ਲੋਕ ਇਕੱਠੇ ਹੋ ਕੇ ਕਹਿ ਰਹੇ ਆ, ਜਿੱਦਾਂ ਪਿਛਲੀ ਇਲੈਕਸ਼ਨਾਂ ਜਿਹੜੀ ਹੋਈ ਹੈ ਪੰਜਾਬ ਵਿੱਚ ਲੋਕ ਇਕੱਠੇ ਹੋਏ ਆ ਤਾਂ ਉਹਨਾਂ ਨੇ ਪੁੱਛਿਆ ਕਿ ਤੁਸੀਂ ਇੰਨੇ ਸਾਲ ਰਾਜ ਕੀਤਾ ਅਤੇ ਸਾਨੂੰ ਆਹ ਜਿਹੜੀ ਸਮੱਸਿਆ ਇੰਨੇ ਸਾਲਾਂ ਦੀ ਇੱਥੇ ਦੀ ਇੱਥੇ ਖੜੀ ਹੈ। ਕੋਈ 5-7-10 ਸਾਲਾਂ ਦੀ ਗੱਲ ਨਹੀਂ ਕਰ ਰਹੇ, ਗੱਲ 40-50 ਸਾਲਾਂ ਦੀ ਕਰ ਰਹੇ। ਪਰ ਉੱਥੇ ਬਜਾਏ ਇਸ ਇਲੈਕਸ਼ਨ ਤੋਂ ਪਹਿਲਾਂ ਇਲੈਕਸ਼ਨਾਂ ਦੇ ਵਿੱਚ ਕੀ ਹੁੰਦਾ ਰਿਹਾ, ਆਪਾਂ ਪੰਜਾਬ ਦੀ ਬਾਕੀ ਆਪਾਂ ਸਟੇਟ ਛੱਡ ਲੈਂਦੇ, ਉਦੋਂ ਕੀ ਸੀਗਾ ਕਿ ਅਸੀਂ ਤਾਂ ਜੀ ਪੰਥਕ ਪਾਰਟੀ ਅਸੀਂ ਉਹਨੂੰ ਦੇਣੇ, ਨਹੀਂ ਜੀ ਅਸੀਂ ਰਵਾਇਤੀ ਕਾਂਗਰਸੀ ਹਾਂ, ਅਸੀਂ ਰਵਾਇਤੀ ਹਾਂ, ਅਸੀਂ ਉਹ, ਜਾਂ ਫਿਰ ਇੱਕ ਬੰਦਾ ਵਿਅਕਤੀ ਵਿਸ਼ੇਸ਼ ਚੁਣ ਲੈਂਦੇ, ਸਾਡਾ ਤਾਂ ਨੇਤਾ ਹੋਈ ਆ, ਜਿੱਥੇ ਖੜੂਗਾ ਅਸੀਂ ਉਹਦੇ ਨਾਲ ਖੜਾਂਗੇ। ਉਦੋਂ ਮੁੱਦੇ ਭੁੱਲ ਜਾਂਦੇ ਆਪਾਂ ਕਿ 40-50 ਸਾਲਾਂ ਬਾਅਦ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਫਲਾਨੇ ਬੰਦਾ ਸਾਡਾ ਆਹ ਬੰਦਾ ਆ, ਤੁਸੀਂ ਜੇ ਆਹ ਮੁੱਦਾ ਚੁੱਕੋਗੇ ਤੁਹਾਨੂੰ MLA ਬਣਾਉਣੇ ਅਸੀਂ, ਤੁਸੀਂ ਆਹ ਮੁੱਦਾ ਚੁੱਕੋਗੇ ਤੁਹਾਨੂੰ MP ਬਣਾਉਣੇ ਆ। ਸਾਡੀ ਆਹ ਹਾਲਾਤ ਤੁਸੀਂ ਦੇਖੋ, ਤੁਹਾਡੀ ਕੰਸਟੀਚੁਐਂਸੀ 1-2 ਲੱਖ ਵੋਟਰਾਂ ਦੀ ਹੁੰਦੀ ਹੈ, MP ਦੀ ਥੋੜ੍ਹੀ ਵੱਡੀ ਲਾ ਲਓ, ਪਰ ਉਹਨੂੰ ਓਨਾ ਹੀ ਫਿਰਨਾ ਪੈਂਦਾ, ਉਹਨੂੰ ਓਨੇ ਹੀ ਜਿਹੜੇ ਆ ਉੱਥੋਂ ਫੰਡਸ ਜ਼ਿਆਦਾ ਮਿਲਦੇ ਗੌਰਮੈਂਟ ਵੱਲੋਂ। ਉਦੋਂ ਜਾਗਰੂਕ ਕਿਉਂ ਨਹੀਂ ਹੋਏ ਪਹਿਲਾਂ? ਹੁਣ ਤਾਂ ਹੋਏ ਆ, ਮੈਂ ਮੰਨਦਾ ਹਾਂ, ਕਿਤੇ ਨਾ ਕਿਤੇ ਘਾਟ ਆਪਣੀ ਵੀ ਰਹੀ ਹੈ। ਮੰਨਦੇ ਹੋ ਇਸ ਗੱਲ ਨੂੰ? ਦੇਖੋ ਇਹਨੂੰ ਸਮਝਣ ਵਾਸਤੇ ਬਹੁਤ ਜ਼ਰੂਰੀ ਹੈ ਜੀ ਕਿ 90s ਤੋਂ ਬਾਅਦ 1990 ਤੋਂ ਬਾਅਦ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਮੇਨ ਸਟ੍ਰੀਮ ਪਾਰਟੀਆਂ ਨੇ, ਉਹਨਾਂ ਦੇ ਬੇਸ਼ੱਕ ਪੋਲੀਟੀਕਲ ਮਤਭੇਦ ਹੋਣ, ਲੇਕਿਨ ਆਰਥਿਕ ਏਜੰਡਾ ਜਿਹੜਾ ਹੈ ਉਹਦੇ ਤੇ ਉਹਨਾਂ ਦੀ ਯੂਨੈਨਿਮਿਟੀ ਸੀਗੀ ਕਿ ਲਿਬਰਲਾਈਜੇਸ਼ਨ ਕਰਾਂਗੇ, ਪ੍ਰਾਈਵੇਟਾਈਜੇਸ਼ਨ ਕਰਾਂਗੇ, ਗਲੋਬਲਾਈਜੇਸ਼ਨ ਕਰਾਂਗੇ। ਸੋ ਇਸ ਕਰਕੇ ਲੋਕ ਜਿਹੜੇ ਨੇ ਉਹ ਇੱਕ ਪਾਰਟੀ ਤੋਂ ਦੂਜੀ ਪਾਰਟੀ ਨੂੰ ਵੋਟਾਂ ਪਾਉਂਦੇ ਰਹੇ, ਇਸ ਆਸ ਦੇ ਵਿੱਚ ਕਿ ਇੱਕ ਪਾਰਟੀ ਨੇ ਉਹਨਾਂ ਦੀ ਮਦਦ ਨਹੀਂ ਕੀਤੀ, ਉਹਨਾਂ ਦੇ ਮੁੱਦੇ ਨਹੀਂ ਹੱਲ ਕੀਤੇ ਤੇ ਦੂਜੀ ਪਾਰਟੀ ਸ਼ਾਇਦ ਕਰਦੇ। ਤੋ ਉਹ ਇਸ ਆਸ ਨਾਲ ਚੱਲਦੇ ਰਹੇ। ਇਹਦੇ ਚ ਸਿਵਾਏ ਕਿਸਾਨ ਜਥੇਬੰਦੀਆਂ ਤੋਂ ਤੇ ਬੈਂਕਾਂ ਦੀਆਂ ਜਥੇਬੰਦੀਆਂ ਤੋਂ ਬਾਕੀ ਲੋਕ ਜਥੇਬੰਦ ਨਾ ਹੋਣ ਕਰਕੇ ਕੋਈ ਪ੍ਰੋਟੈਸਟ ਜਿਹੜੇ ਉਸ ਤਰ੍ਹਾਂ ਦੇ ਨਜ਼ਰ ਨਹੀਂ ਆਏ। ਲੇਕਿਨ ਜਦੋਂ ਅਸੀਂ 20ਵੀਂ-21ਵੀਂ ਸਦੀ 'ਚ ਪਹੁੰਚਦੇ ਹਾਂ ਤੇ ਖਾਸ ਕਰਕੇ ਦੂਜੇ ਦਹਾਕੇ 'ਚ ਪਹੁੰਚਦੇ ਹਾਂ ਤਾਂ ਫਿਰ ਪ੍ਰੋਟੈਸਟ ਜਿਹੜੇ ਨੇ ਉਹ ਨਜ਼ਰ ਆਉਣ ਲੱਗ ਗਏ। ਕਿਸਾਨੀ ਦੇ ਵਿੱਚ ਤੇਜ਼ੀ ਨਾਲ ਆਏ ਨੇ, ਇੰਪਲਾਈਜ਼ ਵਿੱਚ ਬੜੀ ਤੇਜ਼ੀ ਨਾਲ ਆਏ ਨੇ ਤੇ ਬੈਂਕਾਂ ਦੇ ਵਿੱਚ ਤੇ ਬਹੁਤ ਹੀ ਤੇਜ਼ੀ ਨਾਲ ਆਏ ਨੇ, ਕਿਉਂਕਿ ਬੈਂਕਾਂ ਨੂੰ ਪ੍ਰਾਈਵੇਟਾਈਜ਼ ਕਰਨ ਦਾ ਕੰਮ ਜਿਹੜਾ ਮੌਜੂਦਾ ਗਵਰਨਮੈਂਟ ਨੇ ਬਹੁਤ ਤੇਜ਼ੀ ਨਾਲ ਕੀਤਾ ਹੈਗਾ। ਤੋ ਇਸ ਕਰਕੇ ਜਿਹੜਾ 2021 ਦਾ ਕਿਸਾਨ ਅੰਦੋਲਨ ਹੋਇਆ, ਉਹਦੇ 'ਚ ਕਿਸਾਨਾਂ ਨੂੰ ਸਪੋਰਟ ਵਾਸਤੇ ਆੜ੍ਹਤੀਏ ਵੀ ਆਏ, ਉਹਦੇ ਵਿੱਚ ਦੁਕਾਨਦਾਰ ਵੀ ਆਏ, ਮੱਧ ਵਰਗ ਦੇ ਲੋਕ ਵੀ ਆਏ, ਔਰ ਉਹਦੇ 'ਚ ਕਵੀ ਵੀ ਆਏ, ਉਹ 'ਚ ਕਲਾਕਾਰ ਵੀ ਆਏ, ਇੰਟਲੈਕਚੁਅਲ ਵੱਡੀ ਪੱਧਰ ਤੇ ਪਹੁੰਚੇ, ਨੌਜਵਾਨ ਵੀ ਆਏ, ਬਿਰਧ ਵੀ ਆਏ, ਔਰਤਾਂ ਵੱਡੀ ਪੱਧਰ ਵਿੱਚ ਸ਼ਾਮਲ ਹੋਈਆਂ। ਇਹ ਪਹਿਲੀ ਦਫਾ ਹੋਇਆ ਕਿ ਔਰਤਾਂ ਇੰਨੀ ਵੱਡੀ ਗਿਣਤੀ ਦੇ ਵਿੱਚ ਅੰਦੋਲਨ 'ਚ, ਕਿਸਾਨ ਅੰਦੋਲਨ 'ਚ ਸ਼ਾਮਲ ਹੋਈਆਂ ਨੇ। ਪਹਿਲਾਂ ਔਰਤਾਂ ਸ਼ਾਮਲ ਨਹੀਂ ਸੀ ਹੁੰਦੀਆਂ। ਸੋ ਇਹ ਜਿਹੜਾ ਸੋਝੀ ਹੈ, ਲੋਕਾਂ ਨੇ ਪਰਖ ਲੀਆਂ ਟ੍ਰੈਡੀਸ਼ਨਲ ਪਾਰਟੀਆਂ, ਮੇਨ ਸਟ੍ਰੀਮ ਪਾਰਟੀਆਂ, ਕਿ ਉਹਨਾਂ ਦੇ ਮਸਲੇ ਹੱਲ ਨਹੀਂ ਕਰਦੀਆਂ, ਤਾਂ ਉਹਨਾਂ ਨੇ ਫਿਰ ਪਾਰਟੀਆਂ ਤੋਂ ਪਰੇ ਹਟ ਕੇ ਜਿਹੜੀ ਇਹ ਕਿਸਾਨ ਅੰਦੋਲਨ ਹੋਇਆ, ਇਹ ਪਾਰਟੀਆਂ ਦੇ ਬੈਨਰ ਹੇਠਾਂ ਨਹੀਂ ਹੋਇਆ,
ਇਹ ਇੰਡੀਪੈਂਡੈਂਟ ਆਫ ਪੋਲੀਟੀਕਲ ਪਾਰਟੀਆਂ ਹੋਈਆਂ ਨੇ। ਉਹਨੇ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਨੂੰ ਆਪਣੇ ਪਲੇਟਫਾਰਮ ਦੇ ਉੱਤੇ, ਆਪਣੇ ਉੱਤੇ ਰੈਲੀਆਂ ਦੇ ਉੱਤੇ ਬੋਲਣ ਵੀ ਨਹੀਂ ਦਿੱਤਾ। ਤੇ ਬਹੁਤ ਵਾਰੀ ਜਿਹੜੀ ਰੂਲਿੰਗ ਪਾਰਟੀ ਆ ਉਹਨਾਂ ਦੇ ਫੰਕਸ਼ਨ ਵੀ ਆਰਗੇਨਾਈਜ਼ ਨਹੀਂ ਹੋਣ ਦਿੰਦੇ। ਸੋ ਇਸ ਕਰਕੇ ਇਹ ਜਿਹੜੀ ਸੋਝੀ ਆਈ ਲੋਕਾਂ ਨੂੰ ਪਿਛਲੇ ਇੱਕ ਦਹਾਕੇ ਦੇ ਪੀਰੀਅਡ 'ਚ ਖਾਸ ਕਰਕੇ, ਕਿ ਹੁਣ ਸਾਨੂੰ ਕੋਈ ਜੈਨੂਅਨ ਬਦਲ ਲੱਭਣਾ ਪੈਣਾ। ਜੇ ਪੰਜਾਬ ਵੱਲ ਆਈਏ ਤੇ ਉਹਨਾਂ ਨੇ ਦੇਖਿਆ ਕਿ ਅਸੀਂ ਪਿਛਲੇ 20-30 ਸਾਲਾਂ ਤੋਂ ਕਦੀ ਅਕਾਲੀ ਕਦੀ ਕਾਂਗਰਸ ਉਹਨਾਂ ਨੂੰ ਵੋਟਾਂ ਪਾਉਂਦੇ ਰਹੇ ਹਾਂ, ਲੇਕਿਨ ਉਹਨਾਂ ਨੇ ਸਾਡੇ ਮਸਲੇ ਹੱਲ ਨਹੀਂ ਕੀਤੇ। ਤੇ ਇਸ ਵਾਰੀ ਉਹਨਾਂ ਨੇ ਫੈਸਲਾ ਕਰਕੇ ਇੱਕ ਬਦਲ ਲੱਭ ਲਿਆ, ਜਿਹਨੂੰ ਤੀਜਾ ਬਦਲ ਕਹਿੰਦੇ ਨੇ। ਤਾਂ ਇਹ ਇੱਕ ਐਕਸਪੈਰੀਮੈਂਟ ਹੈ ਜਿਹੜਾ ਮੈਂ ਸਮਝਦਾ ਕਿ ਲੋਕਾਂ ਨੇ ਚੁਣਿਆ ਹੈਗਾ, ਤੇ ਆਸ ਕਰਦਾ ਕਿ ਇਹ ਐਕਸਪੈਰੀਮੈਂਟ ਜਿਹੜਾ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰੂਗਾ ਔਰ ਲੋਕਾਂ ਦੇ ਜਿਹੜੇ ਮਸਲੇ ਨੇ ਉਹਨਾਂ ਵੱਲ ਧਿਆਨ ਦਊਗਾ, ਔਰ ਬਹੁਤ ਸਾਰੇ ਕੰਮ ਜਿਹੜੇ ਨੇ ਉਹ ਹੋ ਸਕਦੇ ਨੇ ਇੱਕ ਅਲਟਰਨੇਟਿਵ ਪਾਲਿਸੀ ਪੈਰਾਡਾਈਮ ਦੇ ਨਾਲ। ਖੇਤ ਮਜ਼ਦੂਰਾਂ ਦੇ ਮਸਲੇ ਹੱਲ ਹੋ ਸਕਦੇ ਨੇ, ਉਹਨਾਂ ਦੀ ਵੇਜ ਵੱਧ ਸਕਦੀ ਹੈ, ਕਿਸਾਨੀ ਨੂੰ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਨੇ, ਉਹਨਾਂ ਦੀ ਪ੍ਰੋਡਕਟ ਜਿਹੜੀ ਹੈ ਉਹਦੇ ਠੀਕ ਮੁੱਲ ਮਿਲ ਸਕਦਾ ਹੈਗਾ, ਉਹਨਾਂ ਦੇ ਜਿਹੜਾ ਇਨਪੁਟ ਸਪਲਾਈ ਹੋ ਰਹੇ ਨੇ ਉਹਨਾਂ ਦੀ ਕੀਮਤਾਂ ਰੈਗੂਲੇਟ ਕੀਤੀਆਂ ਜਾ ਸਕਦੀਆਂ ਨੇ। ਤੇ ਇਹਦੇ ਨਾਲ ਜਿਹੜਾ ਖਾਸ ਕਰਕੇ ਸੈਂਟਰਲੀ ਸਪਾਂਸਰਡ ਸਕੀਮਾਂ ਜਿਹੜੀਆਂ ਪੰਜਾਬ ਇਸਤੇਮਾਲ ਨਹੀਂ ਕਰ ਰਿਹਾ ਪਿਛਲੇ ਸਮੇਂ ਤੋਂ, ਮਨਰੇਗਾ ਇਜ਼ ਵਨ ਆਫ ਦੈਮ। ਪੰਜਾਬ ਨੇ ਬਹੁਤ ਬੁਰੀ ਤਰ੍ਹਾਂ ਇਹਨੂੰ ਇੰਪਲੀਮੈਂਟ ਕੀਤਾ, ਔਰ ਪੰਜਾਬ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਮਨਰੇਗਾ ਚਲਾਇਆ ਹੀ ਨਹੀਂ ਗਿਆ ਪਿਛਲੇ 16-17 ਸਾਲਾਂ 'ਚ। ਜੇ ਇਹਨੂੰ ਧਿਆਨ ਨਾਲ ਚਲਾਈਏ ਤਾਂ ਜਿਹੜੇ ਖੇਤ ਮਜ਼ਦੂਰ ਨੇ, ਹਰ ਫੈਮਿਲੀ ਨੂੰ ਤੇ ਛੋਟੇ ਕਿਸਾਨ ਨੂੰ 100 ਦਿਨ ਦਾ ਜੇ ਰੁਜ਼ਗਾਰ ਦੇ ਦਈਏ ਤੇ ਉਹਨਾਂ ਦੀ ਕਾਫੀ ਆਮਦਨ ਦੇ ਵਿੱਚ ਇਜ਼ਾਫਾ ਕੀਤਾ ਜਾ ਸਕਦਾ ਹੈ। ਤੇ ਜੇ ਆਮਦਨ 'ਚ ਇਜ਼ਾਫਾ ਕਰਾਂਗੇ ਤਾਂ ਸਰਕਾਰ ਦੀ ਆਮਦਨ ਵੀ ਵਧੇਗੀ, ਉਹਨਾਂ ਦਾ ਜਿਹੜਾ ਵੈਟ, ਪਹਿਲਾਂ ਵੈਟ ਹੁੰਦਾ ਸੀ, ਅੱਜ ਕੱਲ੍ਹ GST ਹੈ, ਉਹ ਆਮਦਨ ਵੀ ਜ਼ਿਆਦਾ ਹੋਏਗੀ, ਖਰਚ ਵੀ ਜ਼ਿਆਦਾ ਕਰ ਸਕਣਗੇ ਔਰ ਡਿਵੈਲਪਮੈਂਟ ਉੱਤੇ ਖਰਚਾ ਵੀ ਵਧਾ ਸਕਣਗੇ। ਸੋ ਇਸ ਕਰਕੇ ਲੋਕੀ ਹੁਣ ਸੋਚਣ ਲੱਗ ਗਏ ਨੇ ਇਸ ਐਂਗਲ ਤੋਂ। ਇਹ ਪਹਿਲੀ ਇਲੈਕਸ਼ਨ ਹੈ ਜਿਸ 'ਚ ਲੋਕਾਂ ਨੇ ਲੀਡਰਾਂ ਨੂੰ ਸਵਾਲ ਪੁੱਛੇ ਨੇ ਕਿ ਤੁਹਾਡਾ ਏਜੰਡਾ ਕੀ ਹੈ, ਸਾਡੀਆਂ ਪ੍ਰੋਬਲਮ ਬਾਰੇ। ਗਿੱਲ ਸਾਹਿਬ, ਤੁਸੀਂ ਗੱਲ ਬੜੀ ਸੋਹਣੀ ਦੱਸੀ ਕਿ ਇੱਦਾਂ ਹੁਣ ਲੋਕ ਸਟੈਂਡ ਲੈਣ ਲੱਗੇ, ਬਹੁਤ ਚੰਗੀ ਗੱਲ ਹੈ। ਔਰ ਅਗੇਨ ਪ੍ਰੋਟੈਸਟ ਇੱਕ ਬੰਦਾ ਅੱਕ ਕੇ ਕਰਦਾ, ਕੋਈ ਸ਼ੌਂਕ ਨੂੰ ਨਹੀਂ ਕਰਦਾ ਗਾ। ਅਗੇਨ ਅਸੀਂ ਚਾਹੁੰਦੇ ਕਿ ਜਿਹੜੀ ਨਵੀਂ ਸਰਕਾਰ ਆਈ ਲੋਕਾਂ ਦੀ ਆਸਾਂ ਤੇ ਬੂਰ ਪਵੇ। ਪਰ ਜੇ ਉਸੇ ਸੰਦਰਭ 'ਚ ਮੈਂ ਤੁਹਾਡੇ ਤੋਂ ਗੱਲ ਪੁੱਛਦਾ, ਸ਼ਾਇਦ ਤੁਹਾਨੂੰ ਜ਼ਿਆਦਾ ਨੌਲੇਜ ਹੋਵੇ, ਆ ਜਿਹੜੇ ਮੋਗੇ ਕੋਲੇ ਉਹਨਾਂ ਦਾ ਅਡਾਨੀ ਐਗਰੋਜ਼ ਦਾ ਲੱਗਾ ਹੋਇਆ ਆ, ਜਿਹੜਾ ਜਿੱਥੇ ਲੋਕ ਫਸਲ, ਉਹ ਕਿਸਾਨ ਆਗੂ ਜਿੱਥੇ ਮਨਾ ਕਰਦੇ ਸੀ, ਪਰ ਲੋਕ ਹੁਣ ਟਰਾਲੀਆਂ ਭਰ ਕੇ ਜਾ ਰਹੇ, ਔਰ ਉਹ ਬੜੀ ਸੋਹਣੀ ਉਹ ਪੇਮੈਂਟ ਵੀ ਕਰ ਰਹੇ, ਤੇ ਮਿੰਟੋ ਮਿੰਟੀ ਸਾਰਾ ਕੁਝ ਹੋ ਰਿਹਾ। ਅਗੇਨ ਹੋ ਸਕਦਾ ਇਹਦੇ ਵਿੱਚ ਕੋਈ ਜ਼ਿਮੀਂਦਾਰਾਂ ਦਾ ਵੀ ਫਾਇਦਾ ਹੋਵੇ, ਪਰ ਇਨ ਅ ਲੌਂਗ ਵੇ ਕੀ ਇਹ ਨੁਕਸਾਨਦਾਰ ਰਹੂਗਾ, ਨੁਕਸਾਨਦਾਇਕ ਰਹੂਗਾ, ਕਿ ਜਾਂ ਫਿਰ ਇਹ ਜਿਹੜੀਆਂ ਅਲਟੀਮੇਟਲੀ ਉਹੀ ਚੀਜ਼ਾਂ ਲਾਗੂ ਹੋ ਜਾਣਗੀਆਂ ਜਿਹੜੀਆਂ ਉਹ ਚਾਹੁੰਦੇ ਸੀ ਕਿਸਾਨ ਜਦੋਂ ਕਾਨੂੰਨ ਲਾਗੂ ਕੀਤੇ ਸੀ। ਪਹਿਲੀ ਗੱਲ ਤੇ ਹੈ ਕਿ ਜਿਹੜੇ ਮੋਗਾ ਦੇ ਵਿੱਚ ਜਾਂ ਲੁਧਿਆਣੇ 'ਚ ਸੇਲ ਹੋ ਰਹੀ ਹੈ ਨਾ, ਹਾਂਜੀ ਕਣਕ ਦੀ, ਇਹਨਾਂ ਅਦਾਨੀ ਦੇ ਗੋਦਾਮਾਂ ਵਿੱਚ, ਉਹ ਅਦਾਨੀ ਨੂੰ ਨਹੀਂ ਸੇਲ ਹੋ ਰਹੀ, ਉਹ ਸੇਲ FCI ਨੂੰ ਹੋ ਰਹੀ ਹੈ ਜੀ। ਮੈਂ ਸਿਰਫ ਤੁਹਾਡੇ ਮੂੰਹੋਂ ਸੁਣ ਕੇ ਮੈਂ ਅੱਗੇ ਦੱਸਣਾ ਚਾਹੁੰਦਾ ਦਰਸ਼ਕਾਂ ਨੂੰ, ਕਿਉਂਕਿ ਅੱਗੇ ਕਿਸੇ ਪ੍ਰੋਗਰਾਮ 'ਚ ਵਿੱਚ ਮੈਂ ਕਿਤੇ ਹਿੱਸਾ ਲੈ ਰਿਹਾ ਸੀ ਤਾਂ ਉੱਥੇ ਵੀ ਇਹ ਗੱਲ ਕਹੀ ਗਈ ਸੀ, ਫਿਰ ਰਿਸਰਚ ਕੀਤੀ ਗਈ ਕਿ ਜਿਹੜੇ ਉੱਥੇ ਜਿਹੜੀ ਫਸਲ ਜਾ ਰਹੀ ਹੈ FCI ਨੂੰ ਜਾ ਰਹੀ ਹੈ ਜੀ। ਅੱਗੇ ਤੇ ਇਹ ਜਿਹੜੇ ਸਲਿੱਪਾਂ ਨੇ ਜਿਹੜੀਆਂ ਵੇਚਣ ਵਾਸਤੇ ਆ ਰਹੀਆਂ ਨੇ, ਵਾਇਆ ਆੜ੍ਹਤੀਆਂ ਆ ਰਹੇ ਨੇ, ਔਰ ਇਹਦੇ ਉੱਤੇ ਜਿਹੜਾ ਟੈਕਸ ਪੰਜਾਬ ਸਰਕਾਰ ਦਾ ਹੈਗਾ, ਕਿ 2 ਟੈਕਸ ਨੇ, ਇੱਕ ਮੰਡੀ ਫੀਸ ਹੈ, ਇੱਕ ਰੂਰਲ ਡਿਵੈਲਪਮੈਂਟ ਫੰਡ ਹੈ, ਇਹ ਦੋਵੇਂ ਕਲੈਕਟ ਵੀ ਹੋ ਰਹੇ ਨੇ। ਸੋ ਇਸ ਕਰਕੇ ਉਧਰ ਆ ਰਹੇ ਨੇ ਕਿ ਉਹ ਕੁਇਕਲੀ ਉਹਨਾਂ ਦੀ ਟਰਾਲੀਆਂ ਖਾਲੀ ਹੋ ਰਹੀਆਂ ਨੇ, ਤਲਾਈ 'ਚ ਹੇਰਾਫੇਰੀ ਨਹੀਂ ਹੈ। ਇਹ ਇਸ ਕਿਸਮ ਦਾ ਸ਼ੀਸ਼ਾ ਹੈ ਕਿ ਜੇ ਸਰਕਾਰੀ ਮੰਡੀਆਂ ਦੇ ਵਿੱਚ ਇਹੀ ਸਹੂਲਤਾਂ ਪ੍ਰਾਪਤ ਹੋ ਜਾਣ, ਉੱਥੇ ਵੀ ਸੀਲੋਜ਼ ਬਣ ਜਾਣ, ਉੱਥੇ ਵੀ ਟਰਾਲੀਆਂ ਸਿੱਧੀਆਂ ਜਿਹੜੀਆਂ ਨੇ ਉਹ ਖਾਲੀ ਹੋ ਜਾਣ, ਛਾਨਣੇ ਲੱਗ ਜਾਣ ਆਟੋਮੈਟਿਕਲੀ, ਤੇ ਲੋਕ ਸਰਕਾਰੀ ਮੰਡੀਆਂ ਜਾਣਾ ਪ੍ਰੈਫਰ ਕਰਨਗੇ। ਸੋ ਇਹ ਪਹਿਲੀ 2 ਗੱਲਾਂ ਸੋਚਣ ਵਾਲੀਆਂ, ਸਮਝਣ ਵਾਲੀਆਂ ਨੇ ਕਿ ਕਿਸਾਨ ਜਿਹੜੇ ਨੇ ਅਦਾਨੀਆਂ ਨੂੰ ਫਸਲ ਨਹੀਂ ਵੇਚ ਰਹੇ, FCI ਨੂੰ ਫਸਲ ਵੇਚ ਰਹੇ ਨੇ। ਪੇਮੈਂਟ ਜਿਹੜੀ ਹੈ FCI ਦੇ ਬਿਹਾਫ ਤੇ ਹੋ ਰਹੀ ਹੈ, ਉਹਨਾਂ ਦੇ ਅਕਾਊਂਟ 'ਚ ਪੈਸੇ ਜਾ ਰਹੇ ਨੇ, ਤੇ ਮੰਡੀਆਂ ਵਾਲਾ ਸਿਸਟਮ ਉੱਥੇ ਆਪਰੇਟ ਹੋ ਰਿਹਾ ਹੈਗਾ। ਸੋ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਕਿਸਾਨੀ ਨੇ ਮੰਗ ਕਰਨੀ ਆ ਕਿ ਜਿਹੜੀਆਂ ਸਰਕਾਰੀ ਮੰਡੀਆਂ ਨੇ 137, ਉਹਦੇ ਵਿੱਚ ਵੀ ਇਦਾਂ ਦੇ ਸੀਲੋਜ਼ ਬਣ ਜਾਣ, ਇਦਾਂ ਦੀਆਂ ਫੈਸਿਲਿਟੀਜ਼ ਹੋ ਜਾਣ, ਤੇ ਤਲਾਈ 'ਚ ਕੋਈ ਹੇਰਾਫੇਰੀ ਨਾ ਹੋਵੇ, ਔਰ ਸਫਾਈ ਜਿਹੜੀ ਆ ਮੈਕਨਾਈਜ਼ਡ ਤਰੀਕੇ ਦੇ ਨਾਲ ਹੋ ਜਾਏ। ਸੋ ਇਸ ਪਾਸੇ ਨੂੰ ਕਿਸਾਨ ਜਿਹੜੇ ਆਗੂ ਨੇ ਉਹ ਮੰਗ ਕਰਨ ਵਾਲੇ ਨੇ, ਔਰ ਇਹ ਗੱਲ ਜਿਹੜੀ ਆ ਉਸ ਪਾਸੇ ਨੂੰ ਜਾਏਗੀ। ਔਰ ਇਹ ਬਿਲਕੁਲ ਠੀਕ ਹੈ ਜੇ
ਆਉਣ ਵਾਲੇ ਸਮੇਂ ਦੇ ਵਿੱਚ ਇਹ ਕੰਮ ਨਹੀਂ ਕੀਤੇ ਜਾਂਦੇ ਹੂੰ ਕਿ ਸਰਕਾਰੀ ਮੰਡੀਆਂ ਦੇ ਵਿੱਚ ਸਹੂਲਤਾਂ ਨਹੀਂ ਪੈਦਾ ਕੀਤੀਆਂ ਜਾਂਦੀਆਂ, ਤੇ ਸਰਕਾਰ, ਸੈਂਟਰ ਸਰਕਾਰ ਜ਼ਰੂਰ ਕੋਸ਼ਿਸ਼ ਕਰੇਗੀ ਇਸ ਕਿਸਮ ਦੇ ਜਿਹੜੀਆਂ ਮੁੜ ਕੇ ਜਿਹੜੇ ਲਾਭ ਵਾਪਸ ਹੋਏ ਨੇ ਉਹਨਾਂ ਨੂੰ ਮੁੜ ਕੇ ਲਿਆਏ। ਨੀਤੀ ਆਯੋਗ ਦਾ ਜਿਹੜਾ ਮੈਂਬਰ ਹੈ ਰਮੇਸ਼ ਚੰਦ, ਉਹਨੇ ਆਲਰੇਡੀ ਬਿਆਨ ਦਿੱਤਾ ਹੈਗਾ ਕਿ ਅਲਟੀਮੇਟਲੀ ਸਾਨੂੰ ਇਹ ਲਾ ਸਟੇਟਾਂ ਦੇ ਥਰੂ ਪਾਸ ਕਰਾਉਣੇ ਪੈਣੇ ਆ। ਸੋ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਜਿਹੜੀ ਸਟੇਟ ਐਡਮਿਨਿਸਟ੍ਰੇਸ਼ਨ ਹੈ, ਜਿਹੜੀ ਸਾਡੀਆਂ ਸਰਕਾਰੀ ਮੰਡੀਆਂ ਨੇ, ਇੱਕ ਉਹਨਾਂ 'ਚ ਜਿਹੜੀਆਂ ਮੰਡੀਆਂ ਦਾ ਪ੍ਰਬੰਧ ਹੈ ਉਹ ਕਿਸਾਨਾਂ ਦੇ ਇਲੈਕਟਿਡ ਰਿਪਰੈਜ਼ੈਂਟੇਟਿਵ ਕਰਨ, ਨੋਮੀਨੇਟਿਡ ਨਾ। ਪਿਛਲੇ 25-30 ਸਾਲ ਤੋਂ ਇਹ ਕਮੇਟੀਆਂ 'ਚ ਨਾਮਜ਼ਦ ਕਰਦੀਆਂ ਰਹੀਆਂ ਸਰਕਾਰਾਂ ਆਪਣੇ ਚਮਚੇ। ਇਹ ਚਾਹੀਦਾ ਉਹਨਾਂ ਦੀਆਂ ਇਲੈਕਸ਼ਨਾਂ ਹੋਣ, ਮੰਡੀਆਂ ਦਾ ਜਿਹੜਾ ਮਾਡਰਨਾਈਜੇਸ਼ਨ ਹੋਵੇ ਔਰ ਉਹਦੇ 'ਚ ਸਾਰੀਆਂ ਸਹੂਲਤਾਂ ਪੈਦਾ ਕੀਤੀਆਂ ਜਾਣ। ਤੇ ਸਵਾਮੀਨਾਥਨ ਕਮਿਸ਼ਨ ਨੇ ਇਹਦੇ ਤੇ ਬੜੀਆਂ ਡਿਟੇਲਡ ਰਿਕਮੈਂਡੇਸ਼ਨ ਦਿੱਤੀਆਂ ਨੇ ਕਿ ਸਿਰਫ 25 ਕਿਲੋਮੀਟਰ ਦੇ ਦਾਇਰੇ ਨੂੰ ਇੱਕ ਮੰਡੀ ਸਰਵ ਕਰੇ। ਤੇ ਇਸ ਕਰਕੇ ਡਬਲ ਨੰਬਰ ਹੋਣਾ ਚਾਹੀਦਾ, ਉਹਦੀ ਮੈਕਨਾਈਜੇਸ਼ਨ ਮੰਡੀਆਂ ਦੀ ਹੋਣੀ ਚਾਹੀਦੀ ਹੈ, ਨਵੀਨੀਕਰਨ ਹੋਣਾ ਚਾਹੀਦਾ, ਉਹ 'ਚ ਕੋਲਡ ਸਟੋਰ ਨਾਲ ਹੋਣੇ ਚਾਹੀਦੇ ਨੇ, ਤੇ ਅਨਾਜ ਵਾਸਤੇ ਸੀਲੋਸ ਬਣਨੇ ਚਾਹੀਦੇ ਨੇ। ਇਹਦੇ ਵਾਸਤੇ ਬੈਂਕਾਂ ਤੋਂ ਕਰਜ਼ਾ ਲਿਆ ਜਾ ਸਕਦਾ। ਪੰਜਾਬ ਦੇ ਬੈਂਕਾਂ ਦੇ ਕੋਲ ਪੈਸਾ ਬਹੁਤ ਪਿਆ ਕਿਉਂਕਿ ਪੰਜਾਬ ਦੇ ਵਿੱਚ ਇੰਡਸਟਰੀ ਨਾ ਲੱਗਣ ਕਰਕੇ ਬੈਂਕਾਂ ਕੋਲ ਸਰਪਲਸ ਪੈਸੇ ਪਏ ਨੇ, ਤੇ ਹਰ ਸਾਲ ਬੈਂਕਰਸ ਕਮੇਟੀ ਜਿਹੜੀ ਹੁੰਦੀ ਹੈ ਉਹਨੂੰ ਪੰਜਾਬ ਦਾ ਫਾਈਨਾਂਸ ਮਿਨਿਸਟਰ ਜਿਹੜਾ ਉਹ ਚੇਅਰ ਕਰਦਾ ਹੈ। ਉਹਦੇ ਥਰੂ ਪੈਸੇ ਜਿਹੜੇ ਨੇ ਮੰਡੀ ਬੋਰਡ ਨੂੰ ਜਾ ਕੇ ਇਹ ਕੰਮ ਕੀਤੇ ਜਾ ਸਕਦੇ ਨੇ। ਸੋ ਇਹਦੇ ਨਾਲ ਜਿਹੜਾ ਹੈ ਇਹ ਕਾਫੀ ਸੁਧਾਰ ਪੋਸੀਬਲ ਹੈ, ਔਰ ਮੈਂ ਆਸ ਕਰਦਾ ਕਿ ਨਵੀਂ ਗਵਰਨਮੈਂਟ ਬਣੀ ਹੈ ਇਸ ਪਾਸੇ ਨੂੰ ਕਦਮ ਚੱਕੇਗੀ। ਜੀ ਗਿੱਲ ਸਾਹਿਬ, ਗੱਲਾਂ ਬਹੁਤ ਸੀ। ਆਪਾਂ ਜੇ ਇਸ ਵਿਸਤਾਰ ਨੂੰ ਜਾਈਏ ਤਾਂ ਆਪਾਂ ਰੇਲਵੇ ਵੱਲ ਵੀ ਜਾ ਸਕਦੇ ਹਾਂ, ਆਪਾਂ ਡਿਫੈਂਸ ਵੱਲ ਵੀ ਜਾ ਸਕਦੇ ਹਾਂ, ਜਿੱਥੇ ਆਮ ਲੋਕਾਂ ਦਾ ਕੋਈ ਭਲਾ ਹੋ ਸਕੇ ਔਰ ਜਿਹੜਾ ਦੇਸ਼ ਹੈ ਆਪਣਾ ਅਖੰਡ ਭਾਰਤ, ਉਹਦੀ ਜਿਹੜੀ ਏਕਤਾ ਅਖੰਡਤਾ ਬਰਕਰਾਰ ਰਹਿ ਸਕੇ, ਜ਼ਿਆਦਾ ਪ੍ਰੋਟੈਸਟ ਨਾ ਹੋਣ, ਗੌਰਮੈਂਟ ਨੂੰ ਵੀ ਸਪੋਰਟ ਮਿਲੇ ਜਨਤਾ ਵੱਲੋਂ ਔਰ ਜਨਤਾ ਨੂੰ ਗੌਰਮੈਂਟ ਵੱਲੋਂ ਸਪੋਰਟ ਮਿਲੇ। ਗੱਲਾਂ ਬਹੁਤ ਨੇ ਹੋਰ ਕਰਨ ਵਾਲੀਆਂ। ਸਿਸਟਮ ਜੇ ਇਸ ਤਰ੍ਹਾਂ ਦਾ ਬਣ ਜਾਏ ਤਾਂ ਸੁਭਾਗਿਆਸ਼ਾਲੀ ਹੋਵਾਂਗੇ। ਅੱਜ ਵਕਤ ਇਜਾਜ਼ਤ ਨਹੀਂ ਦੇ ਰਹੀਆਂ, ਗੱਲਾਂ ਹੋਰ ਬਹੁਤ ਸੀਗੀਆਂ। ਗਿੱਲ ਸਾਹਿਬ, ਤੁਸੀਂ ਟਾਈਮ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਬਹੁਤ ਬਹੁਤ। ਦਰਸ਼ਕੋ, ਇਹ ਸਨ ਸਰਦਾਰ ਸੁੱਚਾ ਸਿੰਘ ਗਿੱਲ, ਜਿਹੜੇ ਕਿ ਇਕੋਨੋਮਿਸਟ ਨੇ, ਤੇ ਆਪਣੇ ਨਾਲ ਬਹੁਤ ਸੋਹਣੀਆਂ ਗੱਲਾਂ ਇਹਨਾਂ ਨੇ ਕੀਤੀਆਂ ਆਰਥਿਕ ਮੰਦਵਾੜੇ ਦੀਆਂ। ਅਸੀਂ ਧੰਨਵਾਦੀ ਹਾਂ ਇਹਨਾਂ ਦੇ। ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ। ਅੱਜ ਪ੍ਰੋਗਰਾਮ ਦਾ ਟਾਈਮ ਆਲਮੋਸਟ ਹੋ ਗਿਆ। ਮੈਨੂੰ ਗੁਰਲਾਲ ਨੂੰ ਦਿਓ ਇਜਾਜ਼ਤ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।